स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। थैंक यू जी, थैंक यू। सरकार होवे ईमानदार ਤੇ ਇਮਾਨਦਾਰ ਅਫਸਰ ਪੰਜਾਬ ਛੱਡਣ ਦੇ ਇਛੁਕ ਹੋਣ, ਸਵਾਲ ਤਾਂ ਉੱਠੂਗਾ, ਮੱਥਾ ਤਾਂ ਠਣਕੂਗਾ। ਪੰਜਾਬ ਦੇ ਕਈ ਆਈਐਸ ਅਫਸਰਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕੀਤਾ ਹੋਇਆ। ਉਹਦੇ ਵਿੱਚ ਕਈਆਂ ਦੀਆਂ ਮਜਬੂਰੀਆਂ ਪਰਿਵਾਰਕ ਵੀ ਹੋ ਸਕਦੀਆਂ ਤੇ ਕਈਆਂ ਦੀਆਂ ਨੌਕਰੀ ਨਾਲ ਜੁੜੀਆਂ ਜ਼ਰੂਰਤਾਂ ਵੀ ਨੇ। ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਸਟੇਟ ਛੱਡ ਕੇ ਕਿਉਂ ਜਾਣਾ ਚਾਹ ਰਹੇ ਆ, ਇਹ ਇਸ ਵੇਲੇ ਦਾ ਪ੍ਰਸ਼ਨ ਹੈ। ਦੂਜਾ ਮਾਮਲਾ ਵੀ ਅਤੈਮਾ ਕਿ ਸਾਡੇ ਕੋਲ ਬਹੁਤ ਸਾਰੇ ਕਮਿਸ਼ਨ ਖਾਲੀ ਪਏ, ਭਾਵੇਂ ਕਿ ਕੱਲ ਇੱਕ ਨਿਯੁਕਤੀ ਲਈ ਫਾਈਲ ਕਲੀਅਰ ਹੋਈ ਹੈ, ਕਮਲ ਚੌਧਰੀ ਨੂੰ ਸਟੇਟ ਚੋਣ ਕਮਿਸ਼ਨਰ ਵਜੋਂ ਅੱਗੇ ਵਧਾਇਆ ਗਿਆ। ਪਰ ਸਵਾਲ ਇਹ ਵੀ ਹੈ ਕਿ ਸਾਡੇ ਕਈ ਆਈਪੀਐਸ ਅਧਿਕਾਰੀ ਵੀ ਪੈਨਲ ਹੋ ਗਏ ਆ ਕੇਂਦਰ ਨਾਲ, ਜਾਣਾ ਚਾਹੁਣ ਤਾਂ ਚਲੇ ਜਾਣ। ਡੀਜੀਪੀ 6 ਮਹੀਨੇ ਤੋਂ ਵੱਧ ਸਮੇਂ ਤੋਂ ਆਫੀਸ਼ੀਏਟਿੰਗ ਹੀ ਨੇ, ਕੋਈ ਪੱਕਾ ਡੀਜੀਪੀ ਸਾਨੂੰ ਨਹੀਂ ਮਿਲ ਸਕਿਆ। ਸਰਕਾਰ ਦੀ ਇੱਥੇ ਵੀ ਮਜਬੂਰੀ ਲੱਗਦੀ ਹੈ ਕਿ ਉਹ ਪੈਨਲ ਯੂਪੀਐਸਸੀ ਨੂੰ ਭੇਜਣ ਤੇ ਕਿਵੇਂ ਭੇਜਣ। ਇੱਛਾ ਕਿਸੇ ਹੋਰ ਨੂੰ ਲਾਉਣ ਦੀ ਹੋਵੇ, ਉਧਰੋਂ ਕੋਈ ਹੋਰ ਹਰੀ ਝੰਡੀ ਹੋ ਜੇ। ਸਵਾਲ ਇਹ ਕਾਫੀ ਸਾਰੇ ਨੇ, ਲੇਕਿਨ ਇਹਦੇ ਨਾਲ ਹੀ ਇਹ ਵੀ ਸਵਾਲ ਹੈ ਕਿ ਤੁਸੀਂ ਸਨਅਤੀ ਨੀਤੀ ਲਿਆਏ ਹੋਵੋ, ਇਨਵੈਸਟਮੈਂਟ ਸਮਿਟ ਕਰਾ ਰਹੇ ਹੋਵੋ ਤੇ ਤੁਹਾਡੇ ਆਪਣੇ ਸਨਅਤਕਾਰ ਨਾਰਾਜ਼ ਹੋ ਰਹੇ ਹੋਣ, ਉਹ ਤੁਹਾਡੀ ਕਿਸੇ ਐਸੀ ਕੰਪੇਨ ਦਾ ਹਿੱਸਾ ਬਣਨ ਤੋਂ ਇਨਕਾਰੀ ਹੋਣ, ਤੇ ਫਿਰ ਇੰਝ ਹੀ ਲੱਗਦਾ ਨਾ ਕਿ ਜਿਵੇਂ ਇੱਕ ਮੰਤਰੀ ਬਹਿਬਲ ਕਲਾਂ ਦੇ ਵਿੱਚ ਰੋਡ ਖਲਵਾਉਣ ਗਿਆ, ਦੂਜਾ ਲਤੀਫਪੁਰੇ ਦੇ ਵਿੱਚ ਲੋਕ ਅੱਜ ਕਿਸੇ ਐਮਐਲਏ ਦਾ ਘਰ ਘੇਰ ਰਹੇ ਹੋਣ, ਚੰਡੀਗੜ੍ਹ ਦੇ ਲਾਗੇ ਬਹੁਤ ਸਾਰਾ ਹਜੂਮ ਹੋਵੇ ਸੰਗਤੀ ਰੂਪ ਦੇ ਵਿੱਚ, ਤੇ ਫਿਰ ਸਰਕਾਰਾਂ ਦੀ ਨੀਂਦ ਤਾਂ ਉੱਡੀ ਜਾਂਦੀ ਹੈ। ਪਰ ਅਸੀਂ ਇਹ ਵੀ ਸਵਾਲ ਤਾਂ ਜ਼ਰੂਰ ਉਠਾਵਾਂਗੇ ਨਾ ਕਿ ਆਖਰ ਕਿਹੜੇ ਬੰਦੀ ਸਿੱਖ ਨਾਮ ਹੀ ਦੱਸਣ ਦਾ ਯਤਨ ਕਰਦੇ ਆ ਕਿ ਕਿਹੜੇ ਬੰਦੀ ਸਿੱਖ ਨੇ ਜਿਨ੍ਹਾਂ ਲਈ ਲੜਿਆ ਜਾ ਰਿਹਾ, ਤੇ ਇਹ ਲੜਾਈਆਂ ਕਿੱਥੋਂ ਤੱਕ ਮਹਿਦੂਦ ਨੇ, ਕੀ ਇਸ ਸਰਕਾਰ ਨੂੰ ਵੀ ਕੋਈ ਡੰਟ ਪੈ ਰਿਹਾ? ਕਾਫੀ ਸਾਰੇ ਐਸੇ ਇਕੱਠੇ ਸਵਾਲ ਕਰਕੇ ਤੁਹਾਡੀ ਕਚਹਿਰੀ ਚਾਹੁੰਦੇ ਆ। ਮੈਂ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਵੱਲ ਜਾਣਾ ਚਾਹੂੰਗਾ। ਆਪਾਂ ਭਾਸਕਰ ਸਾਹਿਬ ਤੋਂ ਇਹ ਜਾਣਕਾਰੀ ਪਹਿਲਾਂ ਹਾਸਲ ਕਰਦੇ ਆ। ਭਾਸਕਰ ਸਾਹਿਬ, ਇੱਕ ਤਾਂ ਮੈਨੂੰ ਇਹ ਦੱਸਿਓ ਕਿ ਨਵੀਂ ਜਿਹੜੀ ਫਰੈਸ਼ ਲਿਸਟ ਹੈ ਜਿਹਦੇ ਵਿੱਚ ਉਹ ਆਈਐਸ ਜਿਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਜ਼ਾਹਰ ਕੀਤੀ ਆ ਆਪਣੀ ਇੱਛਾ, ਉਹਨਾਂ ਦੇ ਨਾਂ ਥੋੜੇ ਜਿਹੇ ਦੱਸ ਦਿਓ। ਰੰਧਾਵਾ ਜੀ, ਪਿਛਲੇ ਦਿਨਾਂ ਦੇ ਵਿੱਚ 7 ਸੀਨੀਅਰ ਆਈਐਸ ਆਫੀਸਰ ਨੇ ਸੈਂਟਰ ਦੀ ਡੈਪੂਟੇਸ਼ਨ ਵਾਸਤੇ ਆਪਣਾ ਨਾਂ ਐਮਪੈਨਲ ਕਰਾਇਆ ਹੈ, ਜਿਨ੍ਹਾਂ ਵਿੱਚ ਪਹਿਲਾ ਨਾਂ ਹੈਗਾ ਰਜਤ ਅਗਰਵਾਲ ਦਾ, ਦੂਜਾ ਨਾਂ ਹੈਗਾ ਅਨਿਰੁੱਧ ਤਿਵਾਰੀ ਦਾ, ਤੀਜਾ ਨਾਂ ਹੈਗਾ ਰਵਨੀਤ ਕੌਰ, ਚੌਥਾ ਨਾਂ ਹੈਗਾ ਰਾਹੁਲ ਤਿਵਾਰੀ, ਤੇ ਪੰਜਵਾਂ ਨਾਂ ਵਰੁਣ ਰੂਜਮ, ਤੇ ਛਠਾ ਨਾਂ ਸੀਮਾ ਜੈਨ, ਤੇ ਸਤਵਾਂ ਅਜੋਏ ਸ਼ਰਮਾ, ਜਿਨ੍ਹਾਂ ਨੇ ਪਿੱਛੇ ਤੁਹਾਨੂੰ ਯਾਦ ਹੋਏਗਾ ਵੀ 10 ਕਰੋੜ ਦੇ ਮੁਹੱਲਾ ਕਲੀਨਿਕ ਦੇ ਅਗੇਂਸਟ 30 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਦਾ ਬਜਟ ਰਿਲੀਜ਼ ਕਰਨ ਵਾਸਤੇ ਮਨਾ ਕਰਤਾ ਸੀ। ਔਰ ਉਸ ਤੋਂ ਪਹਿਲੇ 3 ਸੀਨੀਅਰ ਆਈਏਐਸ ਆਫੀਸਰ ਆਲਰੇਡੀ ਜਾ ਚੁੱਕੇ ਨੇ ਸੈਂਟਰ ਦੀ ਡੈਪੂਟੇਸ਼ਨ ਦੇ ਵਿੱਚ। ਉਹਨਾਂ ਦਾ ਨਾਂ ਹੈਗਾ ਸੀ ਸਿਬਨ, ਕੁਮਾਰ ਸੌਰਵ ਰਾਜ ਤੇ ਬੀ ਸ਼੍ਰੀਨਿਵਾਸਨ। ਇਹ ਪਿਛਲੇ ਦਿਨਾਂ ਦੇ ਵਿੱਚ ਹੀ ਸੈਂਟਰ ਦੀ ਡੈਪੂਟੇਸ਼ਨ ਦੇ ਗਏ ਨੇ ਔਰ 7 ਹੋਰ ਨਾਂ ਅੱਗੇ ਵਧਾਏ ਗਏ ਨੇ। ਔਰ ਜਿੱਥੇ ਆਈਪੀਐਸ ਆਫੀਸਰ ਦੀ ਵੀ ਗੱਲ ਕਰੀਏ ਤੇ ਜਿਹੜੇ ਸਾਡੇ ਐਕਟਿੰਗ ਡੀਜੀਪੀ ਹੈਗੇ ਨੇ ਗੌਰਵ ਯਾਦਵ, ਉਹਨਾਂ ਦਾ ਵੀ ਸੈਂਟਰਲ ਡੈਪੂਟੇਸ਼ਨ ਦੀ ਲਿਸਟ ਦੇ ਵਿੱਚ ਨਾਂ ਚਲਾ ਗਿਆ। ਔਰ ਉਸ ਤੋਂ ਇਲਾਵਾ 4 ਏਡੀਜੀਪੀ ਰੈਂਕ ਦੇ ਅਫਸਰ, ਜਿਨ੍ਹਾਂ ਵਿੱਚ ਅਨੀਤਾ ਪੁੰਜ, ਐਸਐਸ ਸ਼੍ਰੀਵਾਸਤਵਾ, ਪ੍ਰਵੀਨ ਕੁਮਾਰ ਸਿਨਹਾ ਤੇ ਅਮਨਦੀਪ ਸਿੰਘ ਰਾਏ, ਇਹਨਾਂ ਦਾ ਨਾਂ ਵੀ ਸੈਂਟਰਲ ਡੈਪੂਟੇਸ਼ਨ ਦੇ ਵਿੱਚ ਜਾ ਚੁੱਕਿਆ। ਔਰ ਹੁਣ ਇਹ ਏਡੀਜੀ ਦੀ ਪੋਸਟ ਦੇ ਵਾਸਤੇ ਐਲੀਜੀਬਲ ਹੈਗੇ ਆ ਕਿਸੇ ਵੀ ਕੇਂਦਰੀ ਸੰਸਥਾ ਦੇ ਵਿੱਚ। ਏਡੀਜੀ ਮੀਨਸ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ। ਤੇ ਹੁਣ ਇਹ ਨਾਂ ਤੇ ਅੱਗੇ ਆ ਗਏ ਨੇ। ਹੁਣ ਇਹਨਾਂ ਤੋਂ ਬਾਅਦ ਕਿੰਨੇ ਨਾਂ ਹੋਰ ਅੱਗੇ ਵਧਦੇ ਨੇ, ਕਿੰਨੇ ਕੁ ਅਫਸਰ ਹੋਰ ਇੰਟਰਸਟਿਡ ਹੁੰਦੇ ਨੇ, ਕਿਉਂ ਇਹ ਇੰਟਰਸਟਿਡ ਹੈਗੇ ਨੇ ਤੇ ਕਿਉਂ ਇਸ ਕੇਂਦਰ ਵਿੱਚ ਜਾਣਾ ਚਾਹੁੰਦੇ ਨੇ, ਇਹਨੂੰ ਲੈ ਕੇ ਇੱਕ ਜਿਹੜੇ ਬਿਊਰੋਕ੍ਰੈਟਿਕ ਸਰਕਲ ਦੇ ਵਿੱਚ ਜ਼ਰੂਰ ਇੱਕ ਬਹਿਸ ਦਾ ਵਿਸ਼ਾ ਕਹੋ ਜਾਂ ਫਿਰ ਚਰਚਾ ਦਾ ਵਿਸ਼ਾ ਕਹੋ, ਇਹ ਜ਼ਰੂਰ ਬਣਿਆ ਹੋਇਆ। ਇਹ ਚਰਚਾ ਤਾਂ ਹੋਣੀ ਬਣਦੀ ਹੈ। ਇਹਨਾਂ ਦੇ ਵਿੱਚੋਂ ਕਈ ਅਧਿਕਾਰੀ ਐਸੇ ਆ ਜਿਹੜੇ ਸਿਰ ਸੁੱਟ ਕੇ ਕੰਮ ਕਰਨ ਲਈ ਜਾਣੇ ਜਾਂਦੇ ਆ। ਅਧਿਕਾਰੀਆਂ ਦੀ ਫਹਿਰਿਸਤ ਵਿੱਚ ਵੀ 2 ਤਰ੍ਹਾਂ ਦੀ ਨੇਚਰ ਦੇ ਬੰਦੇ ਆ। ਇੱਕ ਤਾਂ ਉਹ ਜਿਹੜੇ ਇਮਾਨਦਾਰ ਹੈ ਪਰ ਧੌਣ 'ਚ ਕਿੱਲਾ ਫਸਾਈ ਫਿਰਦੇ ਆ, ਦੂਜੇ ਈਗੋਇਸਟਿਕ ਵੀ ਮੰਨੇ ਜਾਂਦੇ ਆ। ਇੱਕ ਖਾਸ ਕਿਸਮ ਦੇ ਲੋਕ ਆ ਜਿਹੜੇ ਹਰ ਰੋਲ 'ਚ ਢਲ ਜਾਂਦੇ ਆ। ਇੱਕ ਲੋਕਾਂ ਦੇ ਨਜ਼ਰੀਏ ਤੋਂ ਬੜੇ ਪਰਵਾਨੇ ਹੋਏ ਮੰਨੇ ਜਾਂਦੇ ਆ। ਇਹਦੇ ਵਿੱਚ ਸ਼ਾਇਦ ਤੁਸੀਂ ਭਾਸਕਰ ਸਾਹਿਬ ਕੁਝ ਨਾਂ ਛੱਡ ਗਏ, ਕ੍ਰਿਸ਼ਨ ਕੁਮਾਰ ਦਾ ਨਾਮ ਹੀ ਮੈਂ ਵੀ ਇਹੀ ਕਹਿਣ ਲੱਗਾ ਸੀ, ਕੁਝ ਨਾਮ ਰਹਿ ਗਏ। ਇਹ ਜਿਹੜੇ 7 ਅਫਸਰ ਨੇ, ਇਹਨਾਂ ਨੇ 2-4 ਦਿਨ ਪਹਿਲੇ ਹੀ ਆਪਣਾ ਸੈਂਟਰਲ ਡੈਪੂਟੇਸ਼ਨ ਵਾਸਤੇ ਰਿਕਵੈਸਟ ਕੀਤੀ ਹੈ। ਉਸ ਤੋਂ ਪਹਿਲੇ ਜਿਹੜੇ ਨਾਂ ਚੱਲ ਰਹੇ ਸੀ ਉਹ ਆਲਰੇਡੀ ਹੈਗੇ ਨੇ ਜੀ। ਇਹਦੇ ਵਿੱਚ ਅਨਿਰੁੱਧ ਤਿਵਾੜੀ ਦਾ ਜ਼ਿਕਰ ਕਰੀਏ, ਚੀਫ ਸੈਕਟਰੀ ਰਹੇ ਨੇ। ਉਹ ਕਿਸੇ ਦੂਜੇ ਚੀਫ ਸੈਕਟਰੀ ਦੇ ਥੱਲੇ ਬਹਿਣਾ ਕਿਉਂ ਪਸੰਦ ਕਰਨਗੇ, ਕਿਉਂ ਕਿਸੇ ਥੱਲੇ ਕੰਮ ਕਰਨਾ ਚਾਹਣਗੇ? ਉਹ ਤਾਂ ਚਾਹਣਗੇ
ਵੱਖਰੀ ਗੱਲ ਹੈ ਕਿ ਉਹ ਸਾਈਟ ਤੇ 2-4 ਪੋਸਟਾਂ ਰੱਖੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਲੋਕ ਐਡਜਸਟ ਕੀਤੇ ਜਾਂਦੇ ਆ ਤਾਂ ਕਿ ਉਹ ਆਰਾਮ ਨਾਲ ਆਪਣਾ ਸਨਮਾਨ ਅੱਗੇ ਵਧਾਈ ਜਾਣ। ਸਵਾਲ ਇਸ ਗੱਲ ਦਾ ਹੈ ਕਿ ਇਹਨਾਂ ਵਿੱਚ ਕੁਝ ਐਸੇ ਅਧਿਕਾਰੀ ਨੇ ਜਿਹੜੇ ਕਮਿਟਡ ਨੇ, ਕੰਮ ਕਰਨ ਲਈ ਜਾਣੇ ਜਾਂਦੇ ਆ। ਇਮਾਨਦਾਰੀ ਦਾ ਟੈਗ ਤੇ ਅਸੀਂ ਕਿਸੇ ਨੂੰ ਦੇਣਾ ਨਹੀਂ ਚਾਹਾਂਗੇ, ਪਤਾ ਨਹੀਂ ਹੁੰਦਾ ਕਦੋਂ ਅੱਜ ਕੱਲ ਕੀ ਹੋ ਜਾਣਾ, ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮੰਨੇ ਜਾਂਦੇ ਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਕੰਮ ਇਮਾਨਦਾਰੀ ਨਾਲ ਕਰਦੇ ਆ। ਇੰਦਰਪ੍ਰੀਤ ਜੀ, ਪੰਜਾਬ ਦੇ ਵਿੱਚ ਇਹ ਤਾਂ ਮੌਕਾ ਸੀ ਇਹੋ ਜਿਹੇ ਅਧਿਕਾਰੀਆਂ ਲਈ ਖੁੱਲ੍ਹ ਕੇ ਕੰਮ ਕਰਨ ਦਾ, ਜਿੱਥੇ ਸਰਕਾਰ ਇਸ ਕਮਿਟਮੈਂਟ ਨਾਲ ਆਉਂਦੀ ਹੈ ਕਿ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਅਗੇਂਸਟ, ਜਿੱਥੇ ਜ਼ੀਰੋ ਟੋਲਰੈਂਸ ਹੈਗੀ ਆ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਦੇ ਖਿਲਾਫ, ਜੇ ਹੋਵੇ ਤਾਂ ਦਾਵਾ ਤਾਂ ਹੈ ਨਾ, ਤੇ ਫਿਰ ਉੱਥੇ ਤਾਂ ਇਹਨਾਂ ਲੋਕਾਂ ਨੂੰ ਹੁੱਬ ਕੇ ਕੰਮ ਕਰਨਾ ਚਾਹੀਦਾ ਸੀ। ਅੱਗੇ ਨਾਲੋਂ ਜ਼ਿਆਦਾ ਫਰੀडम ਇਹਨਾਂ ਨੂੰ ਮਿਲਣੀ ਸੀ। ਆਖਰ ਇਹ ਏਡੀ ਛੇਤੀ ਬਦਜਨ ਕਿਉਂ ਹੋ ਗਏ? ਵਰਨ ਰੋਜਮ ਦਾ ਨਾਂ ਕਮਿਸ਼ਨਰ ਨੇ ਐਕਸਾਈਜ਼ ਦੇ, ਜੇਕਰ ਉਹ ਜਾਣਾ ਚਾਹ ਰਿਹਾ, ਅਜੈ ਸ਼ਰਮਾ ਵਰਗੇ ਲੋਕ ਜਾਣਾ ਚਾਹ ਰਹੇ ਆ, ਕ੍ਰਿਸ਼ਨ ਕੁਮਾਰ ਵਰਗੇ ਜਾਣਾ ਚਾਹ ਰਹੇ ਆ, ਰਾਹੁਲ ਤਿਵਾੜੀ ਦਾ ਜ਼ਿਕਰ ਹੋ ਰਿਹਾ, ਇਹ ਸਾਰੇ ਨਾਰਾਜ਼ ਵੀ ਦੱਸੇ ਜਾਂਦੇ ਅੰਦਰ ਖਾਤੇ ਕਿਤੇ ਨਾ ਕਿਤੇ। ਸੋ ਇਹਨੂੰ ਜ਼ੁਬਾਨ ਦਿਓ ਜ਼ਰਾ। ਦੇਖੋ ਬਿਲਕੁਲ ਤੁਸੀਂ ਠੀਕ ਹੈ ਕਿ ਦੇਖੋ ਕਈਆਂ ਦੀ ਤਾਂ ਮਜਬੂਰੀ ਹੁੰਦੀ ਹੈ ਜਾਣਾ, ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਆ, ਪਰ ਲੇਕਿਨ ਜਿਵੇਂ ਅਨੁਰਿਤ ਤਿਵਾੜੀ ਚੀਫ ਸੈਕਟਰੀ ਰਹੇ ਹੈ, ਹੁਣ ਨੈਚੁਰਲੀ ਇੱਕ ਚੀਫ ਸੈਕਟਰੀ ਦੂਸਰੇ ਚੀਫ ਸੈਕਟਰੀ ਦੇ ਥੱਲੇ ਤਾਂ ਕੰਮ ਕਰੇਗਾ ਨਹੀਂ, ਇਸ ਕਰਕੇ ਉਹਨਾਂ ਨੂੰ ਡਾਇਰੈਕਟਰ ਜਨਰਲ ਦੀ ਇੱਕ ਪੋਸਟ ਅਲੱਗ ਤੋਂ ਦੇਤੀ ਹੈ ਮਕਸੀਪਾ ਦੇ ਵਿੱਚ, ਤੇ ਉਹ ਉੱਥੇ ਲੱਗੇ ਹੋਏ ਆ। ਪਰ ਉਹਨਾਂ ਦੀ ਡਿਮਾਂਡ ਸੈਂਟਰ ਤੋਂ ਵੀ ਕਾਫੀ ਸੀ ਸ਼ੁਰੂ ਤੋਂ, ਕਿਉਂਕਿ ਉਹ ਆਲਰੇਡੀ ਪਹਿਲਾਂ ਵੀ ਫਾਈਨਾਂਸ 'ਚ ਕੰਮ ਕਰਕੇ ਆਏ ਹੋਏ ਆ ਉੱਥੇ, ਤੇ ਉਂਝ ਵੀ ਉਹਨਾਂ ਦੀ ਕਾਫੀ ਡਿਮਾਂਡ ਸੀ ਉੱਥੇ, ਪਹਿਲਾਂ ਵੀ ਉਹ ਜਾਣਾ ਚਾਹੁੰਦੇ ਸੀ, ਲੇਕਿਨ ਸਰਕਾਰ ਬਜਟ ਸੈਸ਼ਨ ਕਿਉਂਕਿ ਚੱਲ ਰਿਹਾ ਸੀ ਇਸ ਕਰਕੇ ਉਦੋਂ ਨਹੀਂ ਜਾ ਸਕੇ। ਇਸੇ ਤਰ੍ਹਾਂ ਹੀ ਜਿਹੜੀ ਸੀਮਾ ਜੈਨ ਮੈਡਮ ਹੈਗੇ ਆ, ਉਹ ਵੀ ਕਾਫੀ ਸਮੇਂ ਤੋਂ ਟਰਾਈ ਕਰ ਰਹੇ ਆ, ਉਹਨਾਂ ਦੇ ਹਸਬੈਂਡ ਆਲਰੇਡੀ ਉੱਥੇ ਪਰਾਗ ਜੈਨ ਜਿਹੜੇ ਹੈਗੇ ਆ ਰॉ ਦੇ ਵਿੱਚ ਲੱਗੇ ਹੋਏ ਆ। ਤੇ ਉਸ ਤੋਂ ਬਾਅਦ ਜਿਹੜੇ ਰਾਹੁਲ ਤਿਵਾੜੀ, ਇਹਨਾਂ ਨੇ ਵੀ ਇਹ ਕੁਝ ਇੱਕ ਬੈਚ ਇਦਾਂ ਦਾ ਹੈ, ਜਿਵੇਂ ਰਾਹੁਲ ਤਿਵਾੜੀ ਹੈ, ਰਜਤ ਅਗਰਵਾਲ ਹੈ, ਵਰੁਣ ਰੁੰਝੁਮ ਹੈ, ਇਹ ਸਾਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਜਾਣਾ ਜੁਆਇੰਟ ਸੈਕਟਰੀ ਲੈਵਲ ਤੇ ਬੜਾ ਜ਼ਰੂਰੀ ਹੈ। ਅਗਰ ਉਹ ਨਹੀਂ ਜਾਣਗੇ ਤਾਂ ਕੱਲ ਨੂੰ ਉਹ ਐਡੀਸ਼ਨਲ ਸੈਕਟਰੀ ਜਾਂ ਸੈਕਟਰੀ ਨਹੀਂ ਬਣ ਸਕਦੇ। ਫਿਰ ਮੈਂ ਉਦਾਹਰਣ ਦੇ ਤੌਰ ਤੇ ਤੁਹਾਨੂੰ ਦੱਸ ਦੂੰਗਾ, ਇਹਦੇ ਚ ਜਿਵੇਂ ਕੱਲ ਇੰਪੈਨਲ ਹੋਏ ਨੇ 5 ADGP, ਉਹਨਾਂ ਚ ਤੁਸੀਂ ਦੇਖੋ 92 ਬੈਚ ਵੀ ਕਰਤਾ, 94 ਬੈਚ ਵੀ ਕਰਤਾ, 93 ਬੈਚ ਨੂੰ ਛੋੜ ਗਏ, ਕਿਉਂਕਿ 93 ਬੈਚ ਵਾਲਾ ਕੋਈ ਵੀ ਅਧਿਕਾਰੀ ਸੈਂਟਰ ਡੈਪੂਟੇਸ਼ਨ ਤੇ ਕਦੀ ਗਿਆ ਹੀ ਨਹੀਂ। ਇਸ ਕਰਕੇ ਜਦੋਂ ਤੁਸੀਂ ਨਹੀਂ ਜਾਂਦੇ ਤਾਂ ਫਿਰ ਉਹ ਡੈਚ ਐਲੀਜੀਬਲ ਨਹੀਂ ਮੰਨਿਆ ਜਾਂਦਾ ਸੀਨੀਅਰ ਪੋਸਟਾਂ ਵਾਸਤੇ। ਇਸ ਕਰਕੇ ਇਹ ਦਾ ਜਾਣਾ ਇੱਕ ਬੜਾ ਵੱਡਾ ਨਾਂ ਡਾਕਟਰ ਕਰੁਣਾ ਰਾਜੂ ਦਾ ਵੀ ਛੱਡ ਗਏ, ਭਾਸਕਰ ਸਾਹਿਬ। ਡਾਕਟਰ ਕਰੁਣਾ ਰਾਜੂ ਵੀ ਆਲਰੇਡੀ ਚਲੇ ਗਿਆ। ਰਜਤ ਅਗਰਵਾਲ ਹੋਰਾਂ ਦੀ ਅਪਾਇੰਟਮੈਂਟ ਹੋ ਚੁੱਕੀ ਹੈ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ ਤੇ, ਔਰ ਉਹਨਾਂ ਨੂੰ ਉਹ 1 ਜਾਂ 2 ਦਿਨ ਚ ਹੀ ਰਿਲੀਵ ਹੋ ਜਾਣਗੇ। ਮੈਨੂੰ ਪਤਾ ਕਿ ਥੋੜਾ ਉਹਨਾਂ ਨੂੰ ਦੇਰੀ ਕੀਤੀ ਜਾ ਰਹੀ ਹੈ, ਲੇਕਿਨ ਉਹ ਹੋ ਚੁੱਕੇ ਹੈ। ਇਸ ਤਰ੍ਹਾਂ ਹੀ ਜਿਹੜਾ ਸਿਬਨ ਸੀ ਨੇ, ਉਹ ਉਹਨਾਂ ਦੇ ਮੁੱਖ ਚੋਣ ਅਧਿਕਾਰੀ ਦੇ ਤੌਰ ਤੇ ਚਲੇ ਗਏ ਆ, ਔਰ ਸ਼੍ਰੀ ਨਿਵਾਸਨ FCI ਦੇ ਜਨਰਲ ਮੈਨੇਜਰ ਦੇ ਤੌਰ ਤੇ ਚਲੇ ਗਏ ਆ। ਇਹ ਪੰਜਾਬ ਦੀ ਪੋਸਟ ਸੀ, ਕਾਫੀ ਸਮੇਂ ਤੋਂ ਖਾਲੀ ਪਈ ਸੀਗੀ, ਔਰ ਜਦ ਦੇ ਅਰਸ਼ਦੀਪ ਥਿੰਦ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਕੋਈ ਗਿਆ ਹੀ ਨਹੀਂ ਉੱਥੇ। ਇਹ ਕਈ ਪੋਸਟਾਂ ਨੇ। ਇਸੇ ਤਰ੍ਹਾਂ ਹੀ ਜਿਹੜੀ ਸਭ ਤੋਂ ਇੰਟਰਸਟਿੰਗ ਪਾਰਟ ਇਹਦੇ ਚ ਕਿਹਦਾ ਹੈ, ਉਹ ਹੈਗਾ KAP ਸਿਨਹਾ ਦਾ। KAP ਸਿਨਹਾ ਦੀ ਆਲਰੇਡੀ ਉੱਥੇ ਅਪਾਇੰਟਮੈਂਟ ਹੋ ਚੁੱਕੀ ਸੀ, ਪਰ ਸਰਕਾਰ ਨੇ ਉਹਨੂੰ ਕਿਹਾ ਕਿ ਕਿਉਂਕਿ ਤੁਸੀਂ ਫਾਈਨਾਂਸ ਸੈਕਟਰੀ ਹੋ, ਇਸ ਕਰਕੇ ਬਜਟ ਇੱਥੇ ਪੇਸ਼ ਕਰਨਾ ਤੇ ਤੁਸੀਂ ਨਾ ਜਾਓ ਜੀ। ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ 2 ਵਾਰੀ ਚਿੱਠੀਆਂ ਲਿਖੀਆਂ, ਰਿਮਾਈਂਡਰ ਵੀ ਪਾਏ ਕਿ ਤੁਹਾਡੀ ਅਪਾਇੰਟਮੈਂਟ ਹੋਈ ਪਈ ਹੈ, ਤੁਸੀਂ ਪਹਿਲਾਂ ਇੱਥੇ ਆਉਣ ਦੀ ਇੱਛਾ ਜਤਾਈ ਸੀ ਤੇ ਹੁਣ ਅਸੀਂ ਤੁਹਾਡੀ ਅਪਾਇੰਟਮੈਂਟ ਕਰਤੀ ਹੈ ਤੇ ਤੁਸੀਂ ਆ ਨਹੀਂ ਰਹੇ। ਤਾਂ ਉਹਨਾਂ ਨੇ ਇੱਕ ਵਾਰ ਫਿਰ ਲਾਸਟ ਵਾਰ ਧਮਕੀ ਵੀ ਦਿੱਤੀ ਉਹਨਾਂ ਨੂੰ ਕਿ ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਤੁਹਾਨੂੰ ਬਲੈਕ ਲਿਸਟ ਕਰ ਦਾਂਗੇ। ਤੇ ਉਹੀ ਗੱਲ ਹੋਈ ਕਿ ਉਹ ਹੁਣ ਬਲੈਕ ਲਿਸਟ ਹੋ ਗਿਆ। ਹਾਲਾਂਕਿ ਉਹਨਾਂ ਦੀ ਬਹੁਤ ਇੱਛਾ ਸੀ ਕਿ ਉਹ ਸੈਂਟਰ ਗਵਰਨਮੈਂਟ 'ਚ ਜਾ ਕੇ ਐਡੀਸ਼ਨਲ ਸੈਕਟਰੀ ਜਾਂ ਸੈਕਟਰੀ ਬਣਨ, ਕਿਉਂਕਿ ਉਹਨਾਂ ਦਾ ਹੁਣ ਤੱਕ ਮਤਲਬ ਅਗਲੇ ਸਾਲ ਤੱਕ ਸੈਕਟਰੀ ਬਣਨ ਦਾ ਨੰਬਰ ਆ ਜਾਂਦਾ, ਤੇ ਲੇਕਿਨ ਉਹ ਮਤਲਬ ਨਹੀਂ ਜਾ ਸਕੇ। ਇਸੇ ਸਰਕਾਰ ਨੇ ਉਹਨਾਂ ਨੂੰ ਰੋਕ ਕੇ ਰੱਖਿਆ। ਉਦੋਂ ਬਾਅਦ ਉਹਨਾਂ ਨੂੰ ਫਾਈਨਾਂਸ ਸੈਕਟਰੀ ਦੇ ਤੌਰ ਤੇ ਵੀ ਹਟਾਤਾ ਤੇ ਮਤਲਬ ਉਧਰ ਵੀ ਜਾ ਨਹੀਂ ਸਕੇ। 2 ਕੰਮ ਉਹਨਾਂ ਨਾਲ ਹੋ ਗਏ ਆ। ਸੋ ਇਸ ਤਰ੍ਹਾਂ ਦੀ ਕਈ ਵਾਰੀ ਚੀਜ਼ਾਂ ਹੁੰਦੀਆਂ ਹੈ, ਜਿਸ ਤਰ੍ਹਾਂ ਮਤਲਬ ਇੱਕ ਮੈਨੂੰ ਦੱਸਿਓ, ਥੋੜੀ ਮੇਰੀ ਜਾਣਕਾਰੀ ਚ ਵਾਧਾ ਕਰਿਓ ਕਿ ਜੇ ਕੋਈ ਅਧਿਕਾਰੀ ਆਪਣੀ ਬਣਦੀ ਜਿਹੜੀ ਕੇਂਦਰੀ ਡੈਪੂਟੇਸ਼ਨ ਹੈ ਉਹ ਨਹੀਂ 3 ਸਾਲ ਦੀ ਉਹ ਪੂਰੀ ਕਰਦਾ, ਜਾਂ ਉਹ ਨਹੀਂ ਕੇਂਦਰੀ ਸਰਵਿਸਿਜ਼ ਦੇ ਵਿੱਚ ਜਾਂਦਾ, ਤੇ ਕੋਈ ਐਡੀਸ਼ਨਲ ਚੀਫ ਸੈਕਟਰੀ ਵਰਗਾ ਜਿਹੜਾ ਇੱਕ ਰੁਤਬਾ ਹੈ ਉਹਦੇ ਤੋਂ ਮਹਿਰੂਮ ਰਹਿ ਜਾਂਦਾ? ਨਹੀਂ, ਉਹ ਇੱਕ ਪੋਸਟਿੰਗ ਹੈਗੀਆਂ ਨੇ ਉੱਥੇ। ਜਿਵੇਂ ਕੁਝ ਬੰਦੇ ਹੈਗੇ ਆ ਜਿਹੜੇ ਡਾਇਰੈਕਟਰ ਲੈਵਲ ਤੇ ਜਾਣੇ ਬਹੁਤ ਜ਼ਰੂਰੀ ਨੇ,
ਜੇ ਉੱਥੇ ਨਹੀਂ ਜਾਂਦੇ, ਜਿਹੜੀ ਅਰਲੀ ਸਰਵਿਸ ਹੁੰਦੀ ਹੈ, ਜਿਵੇਂ ਹੁਣ ਕੁਮਾਰ ਸੌਰਵ ਗਏ ਹੈਗੇ ਆ, ਇਸ ਤਰ੍ਹਾਂ ਦੀ ਸਰਵਿਸਿਜ਼ ਕਰ ਲੈਂਦੇ ਆ। ਉਸ ਤੋਂ ਬਾਅਦ ਫਿਰ ਜੇ ਤੁਸੀਂ ਉੱਥੇ ਨਹੀਂ ਜਾਂਦੇ ਤਾਂ ਫਿਰ ਤੁਹਾਨੂੰ ਜੁਆਇੰਟ ਸੈਕਟਰੀ ਤੇ ਇੱਕ ਹੋਰ ਮੌਕਾ ਦੇ ਦਿੰਦੇ ਆ। ਲੇਕਿਨ ਅਗਰ ਤੁਸੀਂ ਇਹ ਦੋਨੋਂ ਪੋਸਟਾਂ ਤੇ ਕਦੀ ਨਹੀਂ ਗਏ ਉੱਥੇ, ਤਾਂ ਫਿਰ ਤੁਹਾਨੂੰ ਐਡੀਸ਼ਨਲ ਸੈਕਟਰੀ ਜਾਂ ਸੈਕਟਰੀ, ਉਸ ਤੋਂ ਉੱਪਰ ਜਿਹੜਾ ਸੈਕਟਰੀ ਹੈ, ਉਸ ਪੋਸਟਾਂ ਤੇ ਫਿਰ ਤੁਸੀਂ ਨਹੀਂ ਆ ਸਕਦੇ। ਤੇ ਜਿੰਨੇ ਵੀ ਖਾਸ ਕਰਕੇ ਜਿਹੜੇ ਪੰਜਾਬ ਵਾਲੇ ਹੁੰਦੇ ਆ, ਉਹ ਤਾਂ ਟਰਾਈ ਕਰਦੇ ਆ ਇੱਥੇ ਹੀ ਵੀ ਆਪਾਂ ਪੰਜਾਬ 'ਚ ਹੀ ਰਹੀਏ, ਪਰ ਜਿਹੜੇ ਬਾਹਰਲੀਆਂ ਸਟੇਟਾਂ 'ਚੋਂ ਇੱਥੇ ਲੱਗੇ ਹੁੰਦੇ ਆ, ਉਹਨਾਂ ਦੀ ਕਈ ਵਾਰੀ ਟਰਾਈ ਇਹ ਹੁੰਦੀ ਹੈ ਕਿ ਵੀ ਅਸੀਂ ਸੈਂਟਰ ਡੈਪੂਟੇਸ਼ਨ ਤੇ ਜਾਈਏ ਤੇ ਉੱਥੇ ਲੱਗ ਜਾਈਏ, ਜਾ ਕੇ ਦਿੱਲੀ ਸਰਵ ਕਰੀਏ। ਪਰ ਇੱਥੇ ਹੁਣ ਦਿੱਕਤ ਇਹੀ ਹੈ, ਜਿਵੇਂ ਵੀ ਰਾਹੁਲ ਤਿਵਾੜੀ ਕਦੇ ਵੀ ਸੈਂਟਰ ਡੈਪੂਟੇਸ਼ਨ ਤੇ ਨਹੀਂ ਗਏ, ਨਾ ਡਾਇਰੈਕਟਰ ਲੈਵਲ ਤੇ ਗਏ ਹੈ, ਹੁਣ ਜੁਆਇੰਟ ਸੈਕਟਰੀ ਤੇ ਵੀ ਉਹਨਾਂ ਦਾ ਨੰਬਰ ਨਹੀਂ ਆ ਰਿਹਾ। ਉਹ ਪਿਛਲੇ 3 ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਮਤਲਬ ਡੈਪੂਟੇਸ਼ਨ ਅਪਲਾਈ ਕੀਤੇ ਨੂੰ, ਹਜੇ ਤੱਕ ਉਹਨਾਂ ਦਾ ਉੱਥੇ ਵੀ ਨੰਬਰ ਨਹੀਂ ਆ ਰਿਹਾ, ਕਿਉਂਕਿ ਪੋਸਟਾਂ ਦੀ ਵੀ ਹੈ ਨਾ ਜੀ, ਉੱਥੇ ਪੋਸਟ ਖਾਲੀ ਹੋਣੀ ਹੈ, ਪਹਿਲਾਂ ਤੁਸੀਂ ਅਪਲਾਈ ਕਰੋਗੇ ਤਾਂ ਹੀ ਤੱਕ ਤੁਹਾਨੂੰ ਕੰਸੀਡਰ ਕਰਨਗੇ ਉਹ। ਇਹਦੇ 'ਚ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਕਿ ਕੀ ਜੇਕਰ ਕੋਈ ਅਪਲਾਈ ਕਰਦਾ ਉਹਨੂੰ ਕੇਂਦਰੀ ਪੋਸਟਿੰਗ ਮਿਲ ਜਾਂਦੀ ਹੈ, ਲੇਕਿਨ ਸਰਕਾਰ ਇੱਥੋਂ ਰਿਲੀਵ ਨਹੀਂ ਕਰਦੀ, ਸਰਕਾਰ ਨਹੀਂ ਛੱਡਦੀ, ਕਿਉਂਕਿ ਜੇ ਜ਼ਰੂਰੀ ਨਹੀਂ ਹੈ ਕਿ ਕ੍ਰਿਸ਼ਨ ਕੁਮਾਰ ਹੋਣ ਜਾਂ ਅਜੋਏ ਸ਼ਰਮਾ ਹੋਣ, ਵਰਨ ਰੋਜਮ ਹੋਣ ਜਾਂ ਕੋਈ ਰਾਹੁਲ ਤਿਵਾੜੀ ਹੋਣ, ਜੇਕਰ ਉਹ ਆਪਣੀ ਇੱਛਾ ਅਨੁਸਾਰ ਭੱਜਣਾ ਚਾਹੁੰਦੇ ਆ, ਛੱਡਣਾ ਚਾਹੁੰਦੇ ਆ, ਇਹ ਮੈਂ ਲਫ਼ਜ਼ ਸ਼ਾਇਦ ਗਲਤ ਵਰਤਿਆ, ਭੱਜਣਾ ਚਾਹੁੰਦੇ ਆ, ਪਰ ਜੇਕਰ ਉਹਨਾਂ ਨੂੰ ਸਰਕਾਰ ਨਹੀਂ ਜਾਣ ਦਿੰਦੀ ਤਾਂ ਉਹ ਇਹਦੇ ਖਿਲਾਫ ਕਿਸੇ ਟ੍ਰਿਬਿਊਨਲ 'ਚ ਜਾਂ ਕਿਤੇ ਜਾ ਸਕਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬ ਸਰਕਾਰ ਦੇ ਵਿਵੇਕ ਤੇ ਆ ਕਿਸ ਨੂੰ ਜਾਣ ਦੇਵੇ ਜਾਂ ਨਾ? ਦੇਖੋ, ਗਵਰਨਮੈਂਟ ਤਾਂ ਰਿਲੀਜ਼ ਕਰਦੀ ਹੈ, ਪਰ ਜਦੋਂ ਇਹ ਸੈਂਟਰ ਡੈਪੂਟੇਸ਼ਨ ਅਪਲਾਈ ਕਰਦੇ ਆ, ਉਦੋਂ ਹੀ ਪਹਿਲਾਂ ਹੀ ਉਹਨਾਂ ਤੋਂ ਸੈਂਟਰ ਗਵਰਨਮੈਂਟ ਤੋਂ ਅਪਰੂਵਲ ਲੈ ਲੈਂਦੇ ਆ ਕਿ ਜੀ ਅਸੀਂ ਜਾਣਾ ਚਾਹੁੰਦੇ ਹਾਂ। ਜਦੋਂ ਉਦੋਂ ਹੀ ਉਹ ਦੇ ਦਿੰਦੇ ਆ ਕਿ ਹਾਂ ਠੀਕ ਹੈ ਜੀ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਗਵਰਨਮੈਂਟ ਨੂੰ ਕੋਈ ਇਤਰਾਜ਼ ਨਹੀਂ ਹੈ ਜਾਣ ਤੇ। ਫਿਰ ਜਦੋਂ ਮਤਲਬ ਉੱਥੇ ਪੋਸਟਿੰਗ ਹੋ ਜਾਂਦੀ ਹੈ, ਫਿਰ ਇਹ ਨਹੀਂ ਰੋਕਦੇ, ਫਿਰ ਗਵਰਨਮੈਂਟ ਹੀ ਨਹੀਂ ਰੋਕਦੀ, ਕਿਉਂਕਿ ਆਲਰੇਡੀ ਉਹ ਅਪਰੂਵਲ ਦੇ ਚੁੱਕੀ ਹੁੰਦੀ ਹੈ। ਪਰ ਰਜਤ ਅਗਰਵਾਲ ਦੇ ਮਾਮਲੇ 'ਚ ਥੋੜੀ ਜਿਹੀ ਦਿੱਕਤ ਇਹ ਆ ਰਹੀ ਹੈ ਕਿ ਉਹਨਾਂ ਦੀ ਪੋਸਟਿੰਗ ਹੋ ਗਈ ਹੈ, ਹਜੇ ਤੱਕ ਉਹ ਰਿਲੀਵ ਨਹੀਂ ਹੋ ਰਿਹਾ। ਫਾਈਲ ਚੀਫ ਸੈਕਟਰੀ ਦੇ ਦਫ਼ਤਰ 'ਚ ਪਈ ਹੈ, ਲੇਕਿਨ ਹਜੇ ਉਹ ਰਿਲੀਵ ਦੇ ਆਰਡਰ ਵੇਟ ਹੋ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਸੀਐਮ ਇੱਥੇ ਹੈ ਨਹੀਂ ਗੇ ਸੀ, ਉਹ ਦਿੱਲੀ ਗਏ ਹੋਏ ਆ, ਤੇ ਇਸ ਕਰਕੇ ਸ਼ਾਇਦ ਉਹਨਾਂ ਦੀ ਵੇਟ ਹੋ ਰਹੀ ਹੈ। ਤਾਂ ਕਰਕੇ ਮੇਰੇ ਖਿਆਲ ਹੈ ਕਿ ਉਹਨਾਂ ਦਾ ਕੰਮ ਹੋ ਸਕਦਾ ਕਿ ਰੁਕਿਆ ਹੋਵੇ, ਅਦਰਵਾਈਜ਼ ਉਹਨਾਂ ਦਾ ਕੰਮ ਹੋ ਗਿਆ। ਪਹਿਲਾਂ ਹੀ ਜਦੋਂ ਅਪਲਾਈ ਕਰਦੇ ਨਾ ਸੈਂਟਰ ਡੈਪੂਟੇਸ਼ਨ ਤੇ ਜਾਣ ਦੀ, ਉਸੇ ਟਾਈਮ ਹੀ ਉਹ ਗਵਰਨਮੈਂਟ ਤੋਂ ਅਪਰੂਵਲ ਲੈ ਲੈਂਦੇ ਆ। ਇਸ ਕਰਕੇ ਇਹ ਜਿਹਾ ਮੌਕਾ ਬਹੁਤ ਘੱਟ ਆਉਂਦਾ ਹੈ ਕਿ ਜਦੋਂ ਉਹਨਾਂ ਦੀ ਪੋਸਟਿੰਗ ਹੋ ਗਈ ਹੋਵੇ ਤੇ ਫਿਰ ਉਹ ਗਵਰਨਮੈਂਟ ਉਹਨੂੰ ਜਾਣ ਨਾ ਦੇਵੇ, ਜਾਣ ਕੇ ਰਿਕੁਐਸਟ ਕਰਕੇ ਤਾਂ ਗਵਰਨਮੈਂਟ ਰੋਕ ਲੈਂਦੀ ਹੈ। ਜਿਵੇਂ KP ਸਿਨਹਾ ਨੂੰ ਰੋਕਿਆ ਹੋਇਆ ਸੀ ਉਹਨਾਂ ਨੇ ਕਿ ਬਈ ਬਜਟ ਪੇਸ਼ ਕਰਨਾ ਹੈ, ਤੁਸੀਂ ਪੁਰਾਣੇ ਹੋ, ਤੇ ਸਰਕਾਰ ਟੋਟਲ ਉਹਦਾ ਨਵੀਂ ਸੀ, ਬਿਲਕੁਲ ਸਾਰੇ ਬੰਦੇ ਹੀ ਨਵੇਂ ਸੀ ਇਹਨਾਂ ਦੇ, ਤੇ ਇਸ ਕਰਕੇ ਉਹ ਕਈ ਵਾਰ ਰਿਕੁਐਸਟ ਤੇ ਤਾਂ ਰੋਕ ਲੈਂਦੇ ਆ। ਫਿਰ ਬੰਦੇ ਸੋਚਦੇ ਕਿ ਵੀ ਚਲੋ ਸੀਨੀਅਰ ਪੋਸਟਾਂ ਦੇ ਤਾਂ ਪਹੁੰਚੇ ਹੀ ਹੋਏ ਆ, ਤਾਂ ਜੇ ਨਾ ਵੀ ਜਾਣਗੇ ਤਾਂ ਵੀ ਚੱਲ ਜਾਏਗਾ, ਇਸ ਤਰ੍ਹਾਂ ਦਾ ਹੋ ਜਾਂਦਾ। ਲੇਕਿਨ ਆਮ ਤੌਰ ਤੇ ਬਹੁਤ ਘੱਟ ਹੁੰਦਾ ਕਿ ਤੁਹਾਡੀ ਨਿਯੁਕਤੀ ਹੋ ਗਈ ਹੋਵੇ ਤਾਂ ਫਿਰ ਤੁਹਾਨੂੰ ਨਾ ਜਾਣ ਦਿੱਤਾ ਹੋਵੇ। ਪਰ ਜੇ ਜਿਵੇਂ ਕੈਪ ਸਿਨਹਾ ਨਾਲ ਜੱਗੋਂ 13ਵੀਂ ਹੋ ਗਈ, ਜ਼ਿਆਦਤੀ ਹੋ ਗਈ, ਹੁਣ ਜੇ ਉਹਨਾਂ ਨੂੰ ਕਿਤੇ ਬਲੈਕ ਲਿਸਟ ਕਰਤਾ ਗਿਆ ਜੇ ਤੁਹਾਡੇ ਅਨੁਸਾਰ, ਤਾਂ ਫਿਰ ਉਹਨਾਂ ਦੀ ਭਰਪਾਈ ਕੌਣ ਕਰੂਗਾ? ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ? ਰੰਧਾਵਾ ਜੀ, ਵੈਸੇ ਤਾਂ ਇੱਕ ਬੜਾ ਨਾਰਮਲ ਜਿਹਾ ਪ੍ਰੋਸੈਸ ਹੁੰਦਾ, ਕੋਈ ਸੀਨੀਅਰ IAS ਆਫੀਸਰ, ਔਰ ਪਿਛਲੇ 2 ਸਾਲ ਪਹਿਲੇ ਜਿਹੜੀ ਕੇਂਦਰ ਦੀ ਗਾਈਡਲਾਈਨ ਸੀ ਉਹਦੇ ਹਿਸਾਬ ਨਾਲ ਜੇ ਤੁਸੀਂ ਐਡੀਸ਼ਨਲ ਸੈਕਟਰੀ ਲੱਗਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰ ਜੁਆਇੰਟ ਸੈਕਟਰੀ ਦਾ ਟੈਨਿਓਰ ਘੱਟ ਤੋਂ ਘੱਟ 2 ਸਾਲ ਦਾ ਪੂਰਾ ਕਰਨਾ ਪਏਗਾ। ਹਾਲਾਂਕਿ ਇਹ ਕੰਡੀਸ਼ਨ 2 ਸਾਲ ਪਹਿਲੇ ਲਾਈ ਹੈ, ਪਰ ਉਸ ਤੋਂ ਪਹਿਲੇ ਡਾਇਰੈਕਟਰ ਵਾਲੀ ਕੰਡੀਸ਼ਨ ਤੇ ਸ਼ੁਰੂ ਤੋਂ ਹੀ ਐਗਜ਼ਿਸਟ ਕਰ ਰਹੀ ਸੀ। ਹੁਣ ਸਵਾਲ ਹੈ ਵੇ ਕਿ ਜੇ ਕੋਈ ਅਫਸਰ ਕਿਨ ਹਾਲਾਤਾਂ ਦੇ ਵਿੱਚ ਉੱਥੇ ਜਾਣਾ ਚਾਹੁੰਦਾ ਹੈ, ਕਿ ਸੂਬੇ ਦੀ ਸਰਕਾਰ ਨਾਲ ਕੋਈ ਤਕਰਾਰ, ਉਹਦੇ ਕਾਰਨ ਕੋਈ ਅਫਸਰ ਅਗਰ ਜਾਣਾ ਚਾਹੁੰਦਾ ਹੈ ਤੇ ਸਰਕਾਰ ਕੋਲ, ਸੂਬੇ ਦੀ ਸਰਕਾਰ ਕੋਲ ਇਹ ਇਖਤਿਆਰ ਹੈ ਕਿ ਜੇ ਉਹ ਨਹੀਂ ਜਾਣ ਦਿੰਦੇ ਤੇ ਉਹ ਪਰਮਿਸ਼ਨ ਨਹੀਂ ਵੀ ਦੇ ਸਕਦੇ। ਇਹ ਕੋਈ ਅਗਰ ਉਹ ਪਰਮਿਸ਼ਨ ਸੂਬੇ ਦੀ ਸਰਕਾਰ ਨਹੀਂ ਦਿੰਦੀ ਤੇ ਉਹਨਾਂ ਦੀ ਪੋਸਟਿੰਗ ਰੁਕਦੀ ਹੈ। ਕਈ ਅਫਸਰਾਂ ਦੀ ਰੁਕੀਆਂ ਵੀ ਹੋਈਆਂ, ਪਰ ਹੁਣ ਤਕਰਾਰ ਵਾਲੀ ਗੱਲ ਦੇ ਉੱਤੇ ਅਗਰ ਧਿਆਨ ਦਈਏ ਤੇ ਬਹੁਤੇ ਅਫਸਰਾਂ ਦਾ ਕੁਝ ਨਾ ਕੁਝ ਕਦੀ ਨਾ ਕਦੀ ਤਕਰਾਰ ਹੋਇਆ ਹੁੰਦਾ, ਤਾਂ ਕਰਕੇ ਵੀ ਉਹ ਸੈਂਟਰ ਵੱਲ ਝਾਂਕਦੇ ਨੇ, ਕਿਉਂਕਿ ਕਹਿੰਦੇ ਨੇ ਕਿ ਵੀ ਇਸ ਜੱਬ ਤੋਂ ਨਿਕਲ ਕੇ ਉੱਥੇ ਜਾਈਏ। ਹੁਣ ਜਿਨ੍ਹਾਂ ਦੇ ਹਾਲਾਤ ਤਕਰਾਰ ਵਾਲੇ ਹੈਗੇ ਨੇ, ਉੱਥੇ ਕੋਈ ਨਾ ਕੋਈ ਸੂਬੇ ਦੀ ਸਰਕਾਰ ਵੀ ਇਹ ਡੰਗਾ ਪਾ ਸਕਦੀ ਹੈ, ਉਹਨਾਂ ਦਾ ਹੱਕ ਹੈਗਾ ਜੇ ਪਾਣਾ ਚਾਹੇ ਤੇ। ਪਰ ਬਹੁਤੀ ਵਾਰੀ ਸਰਕਾਰ ਇਹਨਾਂ ਮਾਮਲਿਆਂ ਦੇ ਵਿੱਚ ਬਿਊਰੋਕ੍ਰੇਸੀ ਤੋਂ ਕੋਈ ਪੰਗਾ ਨਹੀਂ ਲੈਂਦੀ, ਕਿਉਂਕਿ ਜਦ IAS ਆਫੀਸਰਸ ਦੀ ਸਟ੍ਰਾਈਕ ਹੋਈ ਸੀ ਜਾਂ ਉਹਨਾਂ ਨੇ ਸਟ੍ਰਾਈਕ ਕਰਨ ਦੀ ਗੱਲ ਕੀਤੀ ਸੀ, ਉਸ ਟਾਈਮ ਕਈ ਅਫਸਰਾਂ ਦਾ ਟਕਰਾਵ ਸਿੱਧਾ ਸਰਕਾਰ ਨਾਲ ਦੇਖਿਆ ਗਿਆ ਸੀ, ਔਰ ਅਜੋਏ ਸ਼ਰਮਾ ਵੀ ਉਹਨਾਂ ਵਿੱਚੋਂ ਇੱਕ ਨਾਂ ਸੀ। ਭਾਵੇਂ ਬਾਅਦ ਚੋਂ ਇੱਕ ਹੈਲਥ ਡਿਪਾਰਟਮੈਂਟ ਦੀ ਮੀਟਿੰਗ ਦੇ ਵਿੱਚ ਕੁਝ ਤਕਰਾਰ ਜ਼ਰੂਰ ਹੋਇਆ, ਪਰ ਉਹਨਾਂ ਦੇ ਜਾਣ ਦੀ ਵਜ੍ਹਾ ਉਹ ਤਕਰਾਰ ਹੈ ਜਾਂ ਫਿਰ ਉਹ ਜਿਹੜਾ 2 ਸਾਲ ਦਾ ਜੁਆਇੰਟ ਸੈਕਟਰੀ ਦਾ ਟੈਨਿਓਰ ਪੂਰਾ ਕਰਨਾ ਮੈਂਡੇਟਰੀ ਹੈਗਾ, ਕਾਰਨ ਹੋ ਹੈ। ਇਹ ਕਾਰਨ ਦੀ ਵੀ ਕੋਕ ਕਰਨੀ ਬਹੁਤ ਜ਼ਰੂਰੀ ਹੈਗੀ।
ਇਹ ਤਾਂ ਬਣਦੀ ਹੈ ਘੋਖ ਕਰਨੀ, ਉਹ ਕਰਨ ਜਿਨ੍ਹਾਂ ਨੂੰ ਲੋੜ ਆ। ਅਸੀਂ ਤਾਂ ਸਿਰਫ ਰਿਪੋਰਟ ਕਰ ਰਹੇ ਹਾਂ, ਖਬਰ ਦੇ ਰਹੇ ਹਾਂ। ਪਰ ਮੈਨੂੰ ਇਹ ਜ਼ਰੂਰ ਪਰੇਸ਼ਾਨੀ ਹੋ ਰਹੀ ਹੈ ਕਿ ਜਿਹੜੇ ਇਮਾਨਦਾਰੀ ਵਾਲੀ ਪਰਸੈਪਸ਼ਨ ਨਾਲ ਅੱਗੇ ਵਧ ਰਹੇ, ਜਿੰਨਾ ਅਫਸਰਾਂ ਦੀ ਪਰਸੈਪਸ਼ਨ, ਪਬਲਿਕ ਪਰਸੈਪਸ਼ਨ ਇਮਾਨਦਾਰੀ ਅਕਸ ਵਾਲੀ ਹੈ, ਉਹੋ ਹੀ ਜ਼ਿਆਦਾਤਰ ਜਾ ਰਹੇ ਆ ਜਾਂ ਜਾਣਾ ਚਾਹ ਰਹੇ ਆ। ਇਹ ਸਵਾਲ ਤਾਂ ਬਣਦਾ ਰਹੂਗਾ, ਇਹ ਭਗਵੰਤ ਮਾਨ ਸਰਕਾਰ ਦੇ ਅੱਗੇ ਖੜਾ ਹੈ। ਕੁਝ ਪੋਸਟਿੰਗਸ ਐਸੀਆਂ ਵੀ ਆ ਜਿਨ੍ਹਾਂ ਅਧਿਕਾਰੀਆਂ ਦੇ ਦਾਗਦਾਰ ਹੋਣ ਦੀਆਂ ਖਬਰਾਂ ਚੱਲਦੀਆਂ ਰਹੀਆਂ, ਉਹਨਾਂ ਨੂੰ ਵਧੀਆ ਪੋਸਟਿੰਗ ਮਿਲੀ ਹੈ। ਜਿਹੜੇ ਬਹੁਤ ਪਿਛਲੇ ਸਮਿਆਂ ਦੇ ਵਿੱਚ ਵੀ ਐਫੀਸ਼ੀਐਂਟ ਮੰਨੇ ਜਾਂਦੇ ਆ, ਉਹ ਪੰਗੇ ਚ ਆਏ ਆ। ਪਰ ਮੈਂ ਇੰਦਰਪ੍ਰੀਤ ਜੀ ਇੱਥੇ ਇੱਕ ਸਵਾਲ ਨਾਲ ਖੜਾ ਕਰਨਾ ਚਾਹੂੰਗਾ। ਬਹੁਤ ਸਾਰੇ ਕਮਿਸ਼ਨ ਖਾਲੀ ਪਏ ਨੇ, ਮੈਨੂੰ ਲੱਗਦਾ ਪੀਪੀਐਸਸੀ ਦੇ ਵਿੱਚ ਵੀ ਹੁਣ ਲਗਭਗ ਨਵਾਂ ਚੇਅਰਮੈਨ ਲਾਉਣ ਦੀ ਲੋੜ ਪੈ ਜਾਊਗੀ। ਇਸੇ ਤਰੀਕੇ ਨਾਲ ਐਸਸੀ ਕਮਿਸ਼ਨ ਤੇ ਹੋਰ ਕਈ। ਔਰ ਜੇ ਅੱਜ ਤੁਸੀਂ ਇੱਕ ਖਬਰ, ਤੁਹਾਡੀ ਖਬਰ ਸੀਗੀ ਔਰ ਤੁਹਾਡੀ ਅਖਬਾਰ ਦੀ ਖਬਰ ਸੀ, ਤੁਹਾਡੇ ਵੱਲੋਂ ਹੀ ਅੱਗੇ ਵਧਾਈ ਗਈ ਹੈ, ਉਹਦੇ ਵਿੱਚ ਰਾਜਕਮਲ ਚੌਧਰੀ ਨੂੰ ਸਟੇਟ ਇਲੈਕਸ਼ਨ ਕਮਿਸ਼ਨਰ ਲਾਤਾ ਗਿਆ। ਮਿਊਨਿਸਪਲ ਦੀਆਂ ਚੋਣਾਂ ਨੇ, ਅੱਗੇ ਹੋਰ ਵੀ ਕਈ ਤਰ੍ਹਾਂ ਦੀਆਂ ਚੋਣਾਂ ਆਉਣੀਆਂ ਨੇ। ਇਹ ਰੌਲਾ ਵਾਹਵਾ ਪੁਰਾਣਾ ਸੀ, ਕਹਿੰਦੇ ਸੀ ਏ ਵੇਨੂ ਪ੍ਰਸ਼ਾਦ ਵੀ ਚਾਹੁੰਦੇ ਆ, ਔਰ ਜੰਜੂਆ ਸਾਹਿਬ ਨੇ ਵੀ ਛੇਤੀ ਰਿਟਾਇਰ ਹੋ ਜਾਣਾ, ਉਹਨਾਂ ਦੀ ਵੀ ਇੱਛਾ ਸੀ। ਮਤਲਬ ਨਜ਼ਰ ਕਿਸੇ ਦੀ ਸੀ ਕੋਈ ਬਾਜੀ ਹੋਰ ਮਾਰ ਜੇ। ਆਉਂਦੇ ਦਿਨਾਂ 'ਚ ਐਸੇ ਕਈ ਕਮਿਸ਼ਨ, ਐਸੀਆਂ ਕਈ ਪ੍ਰਾਈਮ ਪੋਸਟਿੰਗਸ ਲਈ ਜਗ੍ਹਾ ਖਾਲੀ ਆ। ਇਹਦਾ ਮਤਲਬ ਮਾਰਾਮਾਰੀ ਕਹਿੰਦੇ ਹੁੰਦੇ ਪੰਜਾਬੀ 'ਚ, ਹੁੰਦੀ ਰਹੂਗੀ। ਸਿਆਸੀ ਜੁਗਾੜ ਲਾਏ ਜਾਂਦੇ ਰਹਿਣਗੇ, ਦਿੱਲੀੋਂ ਫੋਨ ਖੜਕਦੇ ਰਹਿਣਗੇ। ਇਹ ਸਾਰੀਆਂ ਜਿੰਨੀਆਂ ਵੀ ਜਮਾ ਘਟਾਓ ਆ, ਇਹ ਅਫਸਰਸ਼ਾਹੀ ਦੇ ਗਲਿਆਰਿਆਂ 'ਚ ਜਦੋਂ ਨਿਕਲਦੀਆਂ ਸਵਾਦ ਬੜਾ ਆਉਂਦਾ। ਵੱਡੇ ਵੱਡੇ ਬੰਦੇ ਛੋਟੇ ਛੋਟੇ ਪੰਗਿਆਂ 'ਚ ਹੁੰਦੇ ਆ, ਤੇ ਛੋਟੇ ਛੋਟੇ ਬੰਦੇ ਵੱਡੇ ਵੱਡੇ ਕੰਮ ਕਰ ਰਹੇ। ਅੱਜ ਕੱਲ ਕਿਆ ਨਜ਼ਾਰਾ ਬਣਿਆ ਪਿਆ। ਕੀ ਕਹਿੰਦੇ ਹੋ ਇੰਦਰਪ੍ਰੀਤ ਜੀ? ਬਿਲਕੁਲ, ਇਹ ਗੱਲ ਠੀਕ ਹੈ ਤੁਹਾਡੀ, ਕਿਉਂਕਿ ਜਿਹੜੇ ਬਹੁਤ ਕਈ ਕਮਿਸ਼ਨ ਇਦਾਂ ਦੇ ਹੈਗੇ ਆ ਜਿਨ੍ਹਾਂ ਦਾ ਸਬੰਧ ਸਿੱਧਾ ਆਮ ਲੋਕਾਂ ਨਾਲ ਹੈ। ਦੇਖੋ, ਪਿਛਲੇ 1 ਸਾਲ ਤੋਂ ਜਿਹੜੀ ਇਹ ਖਾਲੀ ਪਈ ਹੈ ਪੰਜਾਬ ਸਟੇਟ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਪੋਸਟ, ਜਨਵਰੀ ਦੇ ਵਿੱਚ ਮਤਲਬ ਨਗਰ ਨਿਗਮ ਦੇ ਇਲੈਕਸ਼ਨ ਡਿਊ ਨੇ ਜਨਵਰੀ ਤੋਂ, ਤਾਂ ਹਜੇ ਤਾਂ ਮਤਲਬ ਹੁਣ ਇਲੈਕਸ਼ਨ ਕਮਿਸ਼ਨਰ ਹੀ ਨਹੀਂ ਹੈਗਾ, ਤਾਂ ਤੁਸੀਂ ਕਿਵੇਂ ਕਰਾਓਗੇ? ਤਾਂ ਉਹ ਨੈਚੁਰਲੀ ਅੱਗੇ ਦੀ ਅੱਗੇ ਪੈ ਰਿਹਾ। ਦੇਖੋ, ਇਹ ਲੋਕਤੰਤਰਿਕ ਢੰਗ ਸਰਕਾਰਾਂ ਦੇ ਵਿੱਚ ਇਹ ਸਭ ਤੋਂ ਇੰਪੋਰਟੈਂਟ ਇਲੈਕਸ਼ਨਸ ਹੁੰਦੇ ਆ, ਜਿਹੜੇ ਨਗਰ ਨਿਗਮਾਂ ਦੇ ਜਾਂ ਨਗਰ ਪਾਲਿਕਾਵਾਂ ਦੇ ਚੋਣੇ, ਸਭ ਤੋਂ ਛੋਟੀ ਇਕਾਈ ਹੈ ਸਾਡੀ। ਉਸ ਤੋਂ ਬਾਅਦ 1 ਸਾਲ ਤੋਂ ਹੀ ਲਗਭਗ ਜਿਹੜਾ ਤੁਹਾਡਾ ਅਨੁਸੂਚਿਤ ਜਾਤੀ ਕਮਿਸ਼ਨ ਜਿਹੜਾ ਹੈਗਾ ਉਹ ਵੀ ਖਾਲੀ ਪਿਆ। ਤੇਜਿੰਦਰ ਕੌਰ ਨੂੰ ਰਿਟਾਇਰ ਹੋਇਆ ਨੂੰ ਕਾਫੀ ਟਾਈਮ ਹੋ ਗਿਆ, ਲੇਕਿਨ ਸਰਕਾਰ ਨੇ ਹਜੇ ਤੱਕ ਇਹ ਪੋਸਟ ਭਰੀ ਹੀ ਨਹੀਂ ਹੈ। ਤੇ ਹੁਣ ਤੁਸੀਂ ਦੇਖੋ ਕਿ ਜਿਹੜੇ ਲੋਕ ਸ਼ਿਕਾਇਤਾਂ ਕਰ ਰਹੇ ਆ, ਹੌਲੀ ਹੌਲੀ ਮੈਂਬਰ ਵੀ ਖਾਲੀ ਹੋ ਗਏ। ਇਕੱਲੇ ਚੇਅਰਮੈਨ ਨਹੀਂ, ਜਿੰਨੇ ਉਹਦੇ ਨਾਲ ਮੈਂਬਰ ਲੱਗਦੇ ਸੀ ਉਹ ਵੀ ਉਹਨਾਂ ਨੂੰ ਹੌਲੀ ਹੌਲੀ ਖਾਲੀ ਹੋ ਗਏ ਹੈ। ਹੁਣ ਤੁਸੀਂ ਅਗਰ ਕਮਿਸ਼ਨ ਦੇ ਦਫ਼ਤਰ 'ਚ ਜਾਓ, ਸਾਰੇ ਆਫਿਸ਼ੀਏਟਿੰਗ ਉਹ ਚਾਰजेस ਆ ਉਹਨਾਂ ਕੋਲੇ, ਉਹ ਆਪਣੇ ਡਿਪਾਰਟਮੈਂਟ ਦਾ ਵੀ ਕਰ ਰਹੇ ਆ ਔਰ ਇੱਧਰ ਵੀ ਕਰ ਰਹੇ ਆ, ਜਿਸ ਕਰਕੇ ਕਮਿਸ਼ਨ ਵੱਲ ਉਹ ਧਿਆਨ ਹੀ ਨਹੀਂ ਦਿੰਦੇ। ਕਮਿਸ਼ਨ ਤਾਂ ਇੱਕ ਫੁੱਲ ਫਲੈਜਡ ਕੋਰਟ ਹੈ ਨਾ, ਤਾਂ ਹੁਣ ਤੁਸੀਂ ਜੇ ਕੋਰਟ ਹੀ ਨਹੀਂ ਲੱਗ ਰਹੀ ਤਾਂ ਫਿਰ ਤੁਸੀਂ ਉਸ ਤੇ ਕਿਸੇ ਵੀ ਕੋਈ ਜਿਹੜਾ ਫਰਿਆਦੀ ਜਿਹੜਾ ਤੁਹਾਡੇ ਕੋਲ ਆਇਆ ਉਹਨੂੰ ਕੀ ਇਨਸਾਫ ਦੋਗੇ? ਢੇਰਾਂ ਦੇ ਢੇਰ ਫਾਈਲਾਂ ਦੇ ਉੱਥੇ ਪਏ ਹੈ। ਇਸੇ ਤਰ੍ਹਾਂ ਹੀ ਟ੍ਰਿਬਿਊਨਲ ਜਿਹੜਾ ਐਜੂਕੇਸ਼ਨ ਟ੍ਰਿਬਿਊਨਲ ਹੈ, ਉਹਦੇ ਜੱਜ ਨਹੀਂ ਲੱਗੇ ਹੈਗੇ ਆ, ਉਹ ਖਾਲੀ ਪਿਆ। ਹੁਣ ਜਿਹੜੇ ਟੀਚਰਸ, ਖਾਸ ਤੌਰ ਜਿਹੜੇ ਉਹ ਪ੍ਰਾਈਵੇਟ ਟੀਚਰਸ ਵਾਸਤੇ ਹੈ, ਪ੍ਰਾਈਵੇਟ ਟੀਚਰਸ ਨੂੰ ਅਗਰ ਆਪਣੀ ਕਿਸੇ ਮੈਨੇਜਮੈਂਟ ਤੋਂ ਕੋਈ ਤਕਲੀਫ ਹੈ, ਉਹ ਕਿੱਥੇ ਜਾਏ? ਉਹ ਖਾਲੀ ਪਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਨੇ। ਪੀਪੀਐਸਸੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਨਾਂ ਦੀ ਚਲੋ ਠੀਕ ਹੈ। ਫਸਟ ਹੈ ਕਿ ਪੀਪੀਐਸਸੀ ਲਈ ਸਰਕਾਰ ਟਾਈਮ ਸਿਰ ਭਰ ਦੇਗੀ। ਹਜੇ ਤੱਕ ਜਿੰਨੀਆਂ ਐਪਲੀਕੇਸ਼ਨਸ ਆਈਆਂ ਸੀ, ਪਰਸੋਂ ਉਹਦੀ ਮੀਟਿੰਗ ਹੋਈ ਸੀਗੀ ਚੀਫ ਸੈਕਟਰੀ ਦੀ ਅਗਵਾਈ ਹੇਠ, ਲੇਕਿਨ ਕੋਈ ਉਹਨਾਂ ਨੂੰ ਸੂਟੇਬਲ ਕੈਂਡੀਡੇਟ ਲੱਗਿਆ ਨਹੀਂ। ਤੇ ਉਹ ਕੱਲ ਫਿਰ ਮੇਰੀ ਦੁਬਾਰਾ ਗੱਲ ਹੋਈ ਸੀ ਤੇ ਡਿਪਾਰਟਮੈਂਟ ਤੇ ਉਹ ਕਹਿ ਰਹੇ ਸੀ ਕਿ ਸ਼ਾਇਦ ਇੱਕ ਵਾਰ ਫਿਰ ਤੋਂ ਐਡਵਰਟਾਈਜ਼ਮੈਂਟ ਦੇਣ ਜਾ ਰਹੇ, ਕਿਉਂਕਿ ਉਹ ਪੋਸਟ 28 ਮਾਰਚ ਨੂੰ ਖਾਲੀ ਹੋਣੀ ਹੈ। ਤਾਂ ਮਤਲਬ ਹਜੇ ਟਾਈਮ ਪਿਆ ਤੁਹਾਡੇ ਕੋਲੇ, ਮਤਲਬ ਕਿ ਤੁਸੀਂ ਉਹ ਕਰ ਸਕਦੇ ਹੋ। ਪਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਇਹੋ ਜਿਹਾ ਬੰਦਾ ਉੱਥੇ ਸੈੱਟ ਕਰਨਾ ਹੈ ਜਿਹੜਾ ਬੰਦਾ ਹਜੇ ਤੱਕ ਅਪਲਾਈ ਨਹੀਂ ਸੀ ਕਰ ਸਕਿਆ। ਮੇ ਵੀ ਇਸ ਕਰਕੇ ਉਹਦੀ ਜਿਹੜੀ ਡੇਟ ਹੈ ਉਹ ਫਿਰ ਇੱਕ ਵਾਰ ਵਧਾਤੀ ਹੋਵੇ। ਤੇ ਇਹਨਾਂ ਖਾਸ ਤੌਰ ਤੇ ਪੀਪੀਐਸਸੀ ਵਰਗੇ ਅਦਾਰਿਆਂ ਦੇ ਵਿੱਚ ਅਕਸਰ ਹੀ ਆਪਣੇ ਹਰਮਨ ਪਿਆਰੇ ਚੀਫ ਮਿਨਿਸਟਰ ਦੇ ਨੇੜਲੇ ਜਾਂ ਜਿਹੜੀ ਸਿਖਰਲੀ ਸੱਤਾ ਹੁੰਦੀ ਉਹਦੇ ਨੇੜਲਿਆਂ ਨੂੰ ਮੌਕਾ ਮਿਲ ਜਾਂਦਾ ਹੈ, ਜਿਹੜੇ ਐਲੀਜੀਬਲ ਹੁੰਦੇ ਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਲਾ ਲਓ, ਉਸ ਤੋਂ ਪਹਿਲਾਂ ਬਾਦਲ ਕਿਆਂ ਦੀ ਲਾ ਲਓ, ਸਾਰੇ ਇੰਜ ਚੱਲਦਾ ਰਿਹਾ। ਪਰ ਮੈਂ ਇੱਥੇ ਸਵਾਲ, ਆ ਜਿਹੜਾ ਰਾਜਕਮਲ ਚੌਧਰੀ ਵਾਲੀ ਫਾਈਲ ਹੈ, ਕੀ ਇਹ ਫਾਈਲ ਕਲੀਅਰ ਹੋ ਗਈ? ਔਰ ਹੁਣ ਤਾਂ ਵਿਮਨ ਕਮਿਸ਼ਨ ਦੀ ਚੇਅਰਮੈਨ ਨੂੰ ਵੀ ਪਾਸੇ ਕੀਤਾ, ਉਹ ਵੀ ਅਗਲੇ ਦਿਨਾਂ 'ਚ ਲਾਉਣੀ ਹੈ। ਉਹ ਵੀ ਉਸੇ ਤੇ ਆ ਰਿਹਾ ਸੀ ਕਿ ਉਸੇ ਤੇ ਆ ਰਿਹਾ ਸੀ ਕਿ ਰਾਜਕਮਲ ਚੌਧਰੀ ਦਾ ਲਗਭਗ ਹੋ ਗਿਆ, ਕਿਉਂਕਿ ਉਹ ਪਿਛਲੀ ਕੈਬਨਿਟ 'ਚ ਇਹ ਅਪਰੂਵ ਹੋ ਗਿਆ ਸੀਗਾ ਕਿ ਸਾਰੇ ਅਧਿਕਾਰ ਜਿਹੜੇ ਆ ਉਹ ਚੀਫ ਮਿਨਿਸਟਰ ਨੂੰ ਦੇ ਦਿੱਤੇ ਜਾਂਦੇ ਆ। ਤਾਂ ਚੀਫ ਮਿਨਿਸਟਰ ਨਹੀਂ ਫੈਸਲਾ ਕਰਨਾ ਸੀ, ਤਾਂ ਮੈਨੂੰ ਕੱਲ ਮੇਰੇ ਸੋਰਸਸ ਨੇ ਦੱਸਿਆ ਕਿ ਉਹਨਾਂ ਦਾ ਨਾਮ ਕਲੀਅਰ ਹੋ ਗਿਆ
ਔਰ 1 ਜਾਂ 2 ਦਿਨ ਚ ਡਿਪਾਰਟਮੈਂਟ ਜਿਹੜੀ ਫਾਈਲ ਹੈਗੀ ਉਹ ਗਵਰਨਰ ਸਾਹਿਬ ਕੋਲੇ ਭੇਜ ਦੇਗਾ। ਤੇ ਇਸ ਤਰ੍ਹਾਂ ਹੀ ਵੂਮਨ ਕਮਿਸ਼ਨ ਦੀ ਵੀ ਠੀਕ ਹੈ ਗੱਲ ਤੁਸੀਂ ਕਹਿ ਰਹੇ ਹੋ, ਮਨੀਸ਼ਾ ਗੁਲਾਟੀ ਨੂੰ ਰਿਮੂਵ ਕੀਤਾ ਤੇ ਹੁਣ ਉੱਥੇ ਵੀ ਇਹ ਪੋਸਟ ਉਹ ਖਾਲੀ ਹੋ ਗਈ ਹੈ, ਜਿੱਥੇ ਇਹ ਆਪਣੇ ਬੰਦੇ ਨੈਚੁਰਲੀ ਹੈ ਤਾਂ ਇਹ ਪੋਲੀਟੀਕਲ ਪੋਸਟਾਂ ਨੇ, ਉੱਥੇ ਪਾਰਟੀ ਆਪਣੇ ਹੀ ਬੰਦਿਆਂ ਨੂੰ ਲਗਾਏਗੀ, ਕੋਈ ਕਿਸੇ ਬਾਹਰਲੇ ਬੰਦੇ ਨੂੰ ਐ ਤਾਂ ਕਰਕੇ ਕਦੀ ਨਹੀਂ ਲਗਾਇਆ ਜਾਂਦਾ। ਵੂਮਨ ਕਮਿਸ਼ਨ ਚ ਵੀ ਤੁਸੀਂ ਸਾਰਿਆਂ ਤੋਂ ਐਪਲੀਕੇਸ਼ਨਸ ਮੰਗੋ, ਉਸ ਤੋਂ ਬਾਅਦ ਇਹ ਕੋਈ ਸਿਲੈਕਟ ਕਮੇਟੀ ਉਹਦੇ ਵਿੱਚ 3 ਨਾਂ ਸਿਲੈਕਟ ਕਰੇ ਚੰਗੇ ਹੈ ਨਾ, ਔਰ ਉਹਨਾਂ ਦੇ ਦੇਖੇ ਜਾਣ ਪ੍ਰਿਸ਼ਠ ਭੂਮੀ ਵੀ ਕਿੱਦਾਂ ਦੀ ਹੈਗੀ ਹੈ, ਕੀ ਔਰਤਾਂ ਵਾਸਤੇ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਹੈ, ਤਾਂ ਉਹਨੂੰ ਚੇਅਰਮੈਨ ਉਹਨਾਂ ਚੋਂ ਇੱਕ ਨੂੰ ਲਗਾਇਆ ਜਾਏ। ਇਹ ਤਾਂ ਟੋਟਲ ਪੋਲੀਟੀਕਲ ਪੋਸਟ ਹੈ, ਨੈਚੁਰਲੀ ਪੋਲੀਟੀਕਲ ਬੰਦਾ ਹੀ ਉੱਥੇ ਲੱਗੇਗਾ। ਜਿਹੜੇ ਰਾਜ ਸਭਾ ਚ ਭੇਜੇ ਸੀ ਉਹ ਤੇ ਅਸੀਂ ਪ੍ਰੋਫੈਸ਼ਨਲ ਭੇਜ ਲਏ, ਇੱਥੇ ਪੋਲੀਟੀਕਲ ਭੇਜਣੇ ਆ, ਕਮਾਲ ਕਰੀ ਜਾਂਦੇ ਹੋ ਇੰਦਰਪ੍ਰੀਤ ਜੀ, ਤੁਸੀਂ ਠੀਕ ਕਹਿ ਰਹੇ ਹੋ। ਇੱਥੇ ਤਾਂ ਪੋਲੀਟੀਕਲੀ ਲਗਾ, ਪਹਿਲਾਂ ਮਨੀਸ਼ਾ ਗੁਲਾਟੀ ਵੀ ਪੋਲੀਟੀਕਲ ਲੱਗੇ ਹੋਏ ਸੀਗੇ, ਜਿਹੜਾ ਕੁਝ ਪਹਿਲੇ ਕਦੀ ਹੋਇਆ ਨਹੀਂ ਉਹ ਹੁਣ ਹੋਣ ਲੱਗ ਗਿਆ। ਜਿੱਦਾਂ ਹੁਣ ਵੀਸੀ ਵੀ ਅਪਾਇੰਟ ਕੀਤੇ ਸੀਗੇ, ਬਾਅਦ ਚੋਂ ਗਵਰਨਰ ਹਾਊਸ ਤੋਂ ਆਬਜੈਕਸ਼ਨ ਲੱਗ ਗਏ ਸੀ, ਪਰ ਦੇਖੋ ਕਿਤੇ ਇਹ ਪੋਲੀਟੀਕਲ ਦੇ ਚੱਕਰ ਵਿੱਚ ਕੋਈ ਆਬਜੈਕਸ਼ਨ ਉੱਥੋਂ ਨਾ ਲੱਗ ਜਾਏ। ਇਹ ਵਾਲੀ ਗੱਲ ਪਹਿਲੇ ਹੀ ਦੇਖ ਲੈਣਾ, ਕਿਉਂਕਿ ਬਾਅਦ ਚੋਂ ਜਦ ਪੰਗਾ ਪੈਂਦਾ ਹੈ ਤੇ ਫਜ਼ੀਅਤ ਸਾਡੀ ਵੀ ਹੁੰਦੀ ਹੈ, ਸਾਡੀ ਸਰਕਾਰ ਦੀ ਵੀ ਹੁੰਦੀ ਹੈ, ਤੇ ਗਵਰਨਰ ਸਾਹਿਬ ਵੀ ਖੜੇ ਨਜ਼ਰ ਆਉਂਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਦੋਂ ਜਿਹਨਾਂ ਮੁੱਦਿਆਂ ਦੇ ਉੱਤੇ ਪਹਿਲੇ ਨਹੀਂ ਖੜੇ ਸੀ ਕਦੀ। ਭਾਸਕਰ ਸਾਹਿਬ ਤੁਸੀਂ ਇੰਨੇ ਜਜ਼ਬਾਤੀ ਕਿਉਂ ਹੋ ਗਏ? ਤੁਹਾਡੀ ਫਜ਼ੀਅਤ ਕਿੱਦਾਂ ਹੋ ਗਈ? ਕੋਈ ਰਿਸ਼ਤੇਦਾਰੀ ਕੱਢ ਲਈ ਹੈ ਆਪਣੀ ਸਰਕਾਰ ਨਾਲ? ਦੇਖੋ, ਜਦ ਸਾਡੇ ਪੰਜਾਬ ਸਰਕਾਰ ਦੀ ਫਜ਼ੀਅਤ ਹੁੰਦੀ ਹੈ, ਭਾਵੇਂ ਕੇਂਦਰ ਦੇ ਸਾਹਮਣੇ ਹੁੰਦੀ ਹੋਏ, ਭਾਵੇਂ ਗਵਰਨਰ ਸਾਹਿਬ ਦੇ ਸਾਹਮਣੇ ਹੁੰਦੀ ਹੋਏ, ਤੇ ਸਾਨੂੰ ਵੀ ਆਪਣੀ ਫਜ਼ੀਅਤ ਤੇ ਮਹਿਸੂਸ ਹੁੰਦੀ ਹੈ। ਨਹੀਂ ਉਹ ਤਾਂ ਹੈ, ਪਰ ਸਰਕਾਰ ਦੇਖੋ ਬਿਲਕੁਲ ਨਹੀਂ ਹੋਣ ਦਿੰਦੀ ਫਜ਼ੀਅਤ, ਇਸੇ ਕਰਕੇ ਉਹਨਾਂ ਡੀਜੀਪੀ ਸਾਹਿਬ ਨੂੰ ਆਫੀਸ਼ੀਏਟਿੰਗ ਚਾਰਜ ਦਿੱਤਾ ਹੋਇਆ। ਉਹਨਾਂ ਨੇ ਬਿਲਕੁਲ ਐਸੀ ਗਲਤੀ ਨਹੀਂ ਕੀਤੀ ਕਿ ਅਸੀਂ ਕੁਝ ਨਾ ਭੇਜ ਦਈਏ ਤੇ ਅਗਲੇ ਕੋਈ ਹੋਰ ਚੋਣ ਕਰਕੇ ਭੇਜ ਦੇਣ। ਇਸ ਕਰਕੇ ਉਹਨਾਂ ਸੋਚਿਆ ਵੀ ਅਸੀਂ ਪੱਕਾ ਡੀਜੀਪੀ ਲਾਉਂਦੇ ਹੀ ਨਹੀਂ। ਹੁਣ ਜਦੋਂ ਰੌਲਾ ਪੈ ਗਿਆ ਕਿ ਡੀਜੀਪੀ ਸਾਹਿਬ ਦੀ ਐਮਪੈਨਲਮੈਂਟ ਹੋ ਗਈ ਕੇਂਦਰੀ, ਇਹ ਚਲੋ ਇਹ ਤਾਂ ਇੱਕ ਨੈਚੁਰਲ ਪ੍ਰਕਿਰਿਆ ਕਰ ਦਿੱਤੀ ਉਹਨਾਂ ਨੇ, ਇਹ ਤਾਂ ਮਰਜ਼ੀ ਹੈ ਨਾ ਜਾਣਾ ਕਿ ਨਹੀਂ। 5 ਅਫਸਰ ਕੀਤੇ ਆ, ਉਹ ਤਾਂ ਕਾਫੀ ਲੰਬੀ ਚੌੜੀ ਲਿਸਟ ਆ, ਮੈਂ ਦੇਖਣ ਡਿਆ ਸੀ, ਉਹ ਦਰਜਨਾਂ ਦੇ ਹਿਸਾਬ ਨਾਲ ਉਹਨਾਂ ਨੇ ਸਾਰੇ ਜਿੰਨੇ ਆ ਸਟੇਟਾਂ ਉਹਨਾਂ ਦੇ ਵਿੱਚੋਂ ਅਫਸਰਾਂ ਦੀ ਸੂਚੀ ਜਾਰੀ ਕੀਤੀ ਆ। ਸਾਡੇ ਆਫੀਸ਼ੀਏਟਿੰਗ ਡੀਜੀਪੀ ਗੌਰਵ ਯਾਦਵ ਸਾਹਿਬ ਦਾ ਵੀ ਨਾਮ ਆ, ਅਮਰਦੀਪ ਰਾਏ ਜੀ ਦਾ ਵੀ ਨਾਮ ਆ, ਬੜੇ ਕਾਬਲ ਅਫਸਰ ਨੇ, ਹੋਰ ਵੀ ਕੁਝ ਨਾਂ ਹੈਗੇ। ਹੁਣ ਇਹਨਾਂ ਦੇ ਵਿੱਚੋਂ ਕਿੰਨੇ ਲੋਕ ਇੱਛਾ ਜ਼ਾਹਰ ਕਰਦੇ ਜਾਣ ਦੀ ਇਹਨਾਂ ਤੇ ਨਿਰਭਰ ਹੈ, ਪਰ ਪੰਜਾਬ ਸਰਕਾਰ ਨੂੰ ਡੀਜੀਪੀ ਤਾਂ ਲਾਉਣੇ ਪੈਣਗੇ ਨਾ। ਕਿੰਨੀ 6 ਮਹੀਨੇ ਤਾਂ ਹੋ ਗਏ ਇੰਦਰਪ੍ਰੀਤ ਜੀ ਕਿ ਨਹੀਂ ਆਫੀਸ਼ੀਏਟਿੰਗ ਡੀਜੀਪੀ ਸਾਹਿਬ ਨੂੰ? ਜਨਵਰੀ ਚ ਹੋ ਗਏ ਸੀ 6, ਤਾਂ ਹੁਣ ਤਾਂ 7 ਮਹੀਨੇ ਹੋ ਗਏ ਆ, ਮਤਲਬ 1 ਮਹੀਨਾ ਹੋਰ ਉੱਪਰ ਹੋ ਗਿਆ ਹੈ। ਕਿਉਂਕਿ ਅਸਲ 'ਚ ਦਿੱਕਤ ਇਹ ਹੋ ਰਹੀ ਹੈ ਕਿ ਜੇ ਉਹ ਪੈਨਲ ਭੇਜਦੇ ਆ ਤਾਂ ਉਹ ਸੀਨੀਅਰਿਟੀ 'ਚ ਭੇਜਣਾ ਪਏਗਾ ਸਾਰਾ ਪੈਨਲ। ਤੇ ਆਮ ਤੌਰ ਤੇ ਯੂਪੀਐਸਸੀ ਜਦੋਂ ਸਿਲੈਕਟ ਕਰਦੀ ਹੈ ਉਹ ਸੀਨੀਅਰ ਮੋਸਟ ਜਿਹੜੇ ਆਫਿਸਰ ਹੁੰਦੇ, ਮਤਲਬ ਕਿ ਸੀਨੀਅਰਿਟੀ ਨੂੰ ਪਹਿਲ ਦਿੰਦੀ ਹੈ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮਤਲਬ ਉਹਦਾ ਦਾ ਕੰਮਕਾਰ ਹੈ ਉਹਨੂੰ ਵੀ ਪਹਿਲ ਮਿਲਦੀ ਹੈ। ਤੇ ਐਕਚੁਅਲੀ ਦਿੱਕਤ ਇਹ ਹੈਗੀ ਕਿ ਜੇ ਸੀਨੀਅਰਿਟੀ ਵੀ ਮੈਰਿਟ ਵੀ ਦੇਖ ਲਈ ਜਾਏ ਤਾਂ ਕਈ ਸੀਨੀਅਰ ਅਫਸਰ ਆਲਰੇਡੀ ਬੈਠੇ ਹੈ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਗਵਰਨਮੈਂਟ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦਾ ਨਾਂ ਜਿਹੜਾ 3 ਮੈਂਬਰੀ ਪੈਨਲ ਆਊਗਾ, ਜਿਸ ਤੋਂ ਫਿਰ ਇੱਕ ਡੀਜੀਪੀ ਚੁਣਨ ਲਈ ਮੁੱਖ ਮੰਤਰੀ ਨੂੰ ਅਧਿਕਾਰ ਹੈਗਾ, ਉਹ ਸ਼ਾਇਦ ਗੌਰਵ ਯਾਦਵ ਦਾ ਉਸ 'ਚ ਨਾਂ ਨਹੀਂ ਆਏਗਾ। ਇਸ ਕਰਕੇ ਜਾਂ ਤਾਂ ਇਸ ਗੱਲ ਦੀ ਵੇਟ ਹੋ ਰਹੀ ਹੈ ਕਿ ਜਿਹੜੇ ਉੱਪਰਲੇ 2-3 ਹੈਗੇ ਨੇ ਉਹ ਰਿਟਾਇਰ ਹੋ ਜਾਣ ਜਾਂ ਗਵਰਨਮੈਂਟ ਆਫ ਇੰਡੀਆ 'ਚ ਚਲੇ ਜਾਣ, ਜਿਵੇਂ ਦਿਨਕਰ ਗੁਪਤਾ ਚਲੇ ਗਏ ਆ, ਇਸ ਤਰ੍ਹਾਂ ਦੇ ਕੁਝ ਵੀ ਚਲੇ ਜਾਣ ਜਾਂ ਰਿਟਾਇਰ ਹੋ ਜਾਣ, ਤਾਂ ਕਿ ਉਹ ਜਿਹੜਾ ਉਹ ਸੂਚੀ ਹੋਊਗੀ ਉਹ ਛੋਟੀ ਹੋ ਜਾਏ ਤੇ ਗੌਰਵ ਯਾਦਵ ਸਾਹਿਬ ਵੀ ਉਹਦੇ ਵਿੱਚ ਐਂਟਰ ਹੋ ਜਾਣ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੱਕੇ ਤੌਰ ਤੇ ਲਗਾਤਾ ਜਾਏ। ਪਰ ਕਿੰਨੇ ਸਮੇਂ ਲਈ? ਤੁਸੀਂ 6 ਮਹੀਨੇ ਤੱਕ ਤਾਂ ਵੈਸੇ ਤਾਂ ਸਮਾਂ ਮੁੱਕ ਚੁੱਕਿਆ। ਮੈਨੂੰ ਜੋ ਕਿਸੇ ਨੇ ਕਿਹਾ ਸੀਗਾ ਕਿ ਉਹਦਾ ਸਮਾਂ 6 ਮਹੀਨੇ ਹੁੰਦਾ। ਆਫੀਸ਼ੀਏਟਿੰਗ ਤੁਸੀਂ 6 ਮਹੀਨੇ ਤੱਕ ਲਗਾ ਸਕਦੇ ਹੋ, 6 ਮਹੀਨੇ ਤੋਂ ਬਾਅਦ ਤੁਹਾਨੂੰ ਨਵਾਂ ਲਗਾਉਣਾ ਹੀ ਪਏਗਾ। ਪਰ ਹੁਣ ਮੈਂ ਫਿਰ ਪੁੱਛਿਆ ਵੀ ਇਹ ਵੀ ਕਿਉਂ ਨਹੀਂ ਲਗਾ ਰਹੇ, ਫਿਰ 6 ਮਹੀਨੇ ਤਾਂ ਬੀਤ ਗਏ। ਉਹ ਕਹਿੰਦੇ ਕਿਹੜਾ ਕੋਈ ਇਤਰਾਜ਼ ਕਰ ਰਿਹਾ ਹੈ। ਜੇ ਕਿਸੇ ਨੂੰ ਇਤਰਾਜ਼ ਹੋਏਗਾ ਤਾਂ ਅਸੀਂ ਫਿਰ ਸੋਚਾਂਗੇ, ਹਜੇ ਤਾਂ ਕੋਈ ਇਤਰਾਜ਼ ਹੀ ਨਹੀਂ ਆਇਆ ਕਿਸੇ ਚੀਜ਼ ਦਾ। ਜੇ ਕੋਈ ਇਤਰਾਜ਼ ਆਏਗਾ ਵੀ ਤੇ ਮੈਨੂੰ ਲੱਗਦਾ ਗੌਰਵ ਯਾਦਵ ਹੋਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਇੱਕ ਐਗਜ਼ਾਮਪਲ ਦੇ ਦੇਣਗੇ। ਉਹ ਵੀ ਐਕਟਿੰਗ ਜਥੇਦਾਰ ਬਹੁਤ ਸਾਲਾਂ ਤੋਂ ਹੈਗੇ ਆ ਔਰ ਉਹਨਾਂ ਦਾ ਵੀ ਪਰਮਾਨੈਂਟ ਅਪਾਇੰਟਮੈਂਟ ਨਹੀਂ ਹੋਇਆ, ਤੇ ਫਿਰ 6 ਮਹੀਨੇ ਚਲੋ ਕਾਨੂੰਨੀ ਤੌਰ ਤੇ 6 ਮਹੀਨੇ ਦਾ ਟਾਈਮ ਹੁੰਦਾ ਹੈ। ਸਰਕਾਰ ਨੂੰ ਹੁਣ ਇਹ ਪੈਨਲ ਯੂਪੀਐਸਸੀ ਨੂੰ ਭੇਜਣਾ ਹੀ ਪਏਗਾ, ਪਰ ਪੈਨਲ ਭੇਜਣ ਦੇ ਵਿੱਚ ਦਿੱਕਤ ਕੀ ਹੈ, ਕੌਣ ਉੱਤੇ ਕੌਣ ਥੱਲੇ, ਉਹ ਲਿਸਟ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਉਹਦੇ ਉੱਤੇ ਟਾਈਮ ਲੱਗ ਰਿਹਾ, ਕਿਉਂਕਿ ਨਿਸ਼ਾਨਾ ਠੀਕ ਜਗ੍ਹਾ ਤੇ ਬੈਠੇ ਜਿਨ੍ਹਾਂ ਨੂੰ ਸਰਕਾਰ ਲਾਉਣਾ ਚਾਹੁੰਦੀ ਹੈ ਉਹਨਾਂ ਦਾ ਨਾਂ ਹੀ ਅਗਰ ਥੱਲੇ ਚਲਾ ਗਿਆ ਤੇ ਫਾਇਦਾ ਕੀ ਹੋਇਆ ਪੈਨਲ ਭੇਜਣ ਦਾ। ਤੇ ਉਸ ਪੈਨਲ ਭੇਜਣ ਤੋਂ ਇੱਕ ਬੜੀ ਤਿਆਰੀ ਜੀ ਚੱਲਦੀ ਪਈ ਹੈ ਵੀ ਸਾਡਾ ਬੰਦਾ ਉੱਤੇ ਹੀ ਨਜ਼ਰ ਆਉਣਾ ਚਾਹੀਦਾ ਹੈ, ਤੇ ਉਸ ਤਰੀਕੇ ਨਾਲ ਪੈਨਲ ਤਿਆਰ ਹੋਏਗਾ ਤੇ ਉਹ ਪੈਨਲ ਯੂਪੀਐਸਸੀ ਦੇ ਵਿੱਚ ਜਾਏਗਾ। ਸਰਕਾਰ ਦੇ ਖਿਲਾਫ ਜਾ ਕੇ ਕਿਹੜਾ ਅਫਸਰ
ਇਸ ਗੱਲ ਦਾ ਇਤਰਾਜ਼ ਕਰੂਗਾ ਜੀ। 6 ਮਹੀਨੇ ਹੋ ਗਏ, ਔਰ ਖਾਸ ਤੌਰ ਤੇ ਮੌਜੂਦਾ ਪੁਲਿਸ ਅਫਸਰਾਂ ਦੇ ਵਿੱਚ ਜਿਹੜੇ ਹੁਣ ਕਈ ਡੀਜੀਪੀ ਰੈਂਕ ਦੇ ਵਿੱਚ ਆ ਗਏ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਤਰਾਜ਼ ਪ੍ਰਗਟ ਕਰੂਗਾ। ਭਾਣਾ ਮੰਨਣ 'ਚ ਯਕੀਨ ਕੀਤਾ ਜਾਂਦਾ। ਵੈਸੇ ਗੌਰਵ ਯਾਦਵ ਕਾਫੀ ਸਰਗਰਮ ਪੁਲਿਸ ਅਫਸਰ ਨੇ, ਔਰ ਉਹਨਾਂ ਨੇ ਕਾਫੀ ਕੰਪੇਨ ਚਲਾਈਆਂ ਹੋਈਆਂ ਨੇ, ਕਾਫੀ ਮੁਹਿੰਮਾਂ ਦੇ ਉੱਤੇ ਨਿਕਲੇ ਹੋਏ ਨੇ। ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਹੀ ਅੱਗੇ ਵਧਾਉਣਾ ਚਾਹੀਦਾ, ਪਰ ਤਰੀਕਾ ਕੀ ਹੋਵੇ ਇਹਦੇ ਉੱਤੇ ਲੱਗਦਾ ਮੰਥਨ ਹੋ ਰਿਹਾ। ਭਾਸਕਰ ਸਾਹਿਬ, ਸਨਅਤਕਾਰ ਨਾਰਾਜ਼ ਕਿਉਂ ਨੇ? ਇਹ ਜਿਹੜੀ ਇਨਵੈਸਟ ਸਮਿਟ ਹੈ, ਉਹ ਕਹਿੰਦੇ ਅਸੀਂ ਤਾਂ ਬਾਈਕਾਟ ਕਰਾਂਗੇ। ਇਹ ਕਿਹੜੇ ਜਥੇਬੰਦੀਆਂ ਨੇ, ਕੌਣ ਲੋਕ ਨੇ ਜਿਹੜੇ ਪੰਜਾਬ ਦੀ ਸਨਅਤੀ ਨੀਤੀ ਨਾਲ ਹੀ ਨਹੀਂ ਚੱਲੇ? ਇੰਨਾ ਅਸੀਂ ਮੱਥਾ ਮਾਰ ਕੇ ਬਣਾਈ, ਇੰਨੇ ਸਾਰੇ ਲੋਕਾਂ ਦੇ ਇਤਰਾਜ਼ ਲਏ, ਇੰਨੇ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ, ਇਨਕਲਾਬੀ ਸੋਚ ਨਾਲ ਬਣਾਈ ਹੈ, ਇਹਨਾਂ ਨੂੰ ਫਿਰ ਚੰਗੀ ਨਹੀਂ ਲੱਗਦੀ। ਦੱਸਿਓ ਇਤਰਾਜ਼ ਕੀ ਨੇ? ਇਹ ਬੰਦੇ ਕੌਣ ਨੇ ਜਿਹੜੇ ਕਹਿੰਦੇ ਅਸੀਂ ਸਰਕਾਰ ਨੂੰ ਨਹੀਂ ਮੰਨਦੇ? ਸਰਕਾਰ ਨੂੰ ਤਾਂ ਅੱਜ ਕੱਲ ਨਾ ਮੰਨਣ ਵਾਲੀ ਗੱਲ ਹੈ ਹੀ ਨਹੀਂ। ਸਰਕਾਰ ਤਾਂ ਸਰਕਾਰ ਹੁੰਦੀ ਹੈ, ਮਾਈ ਬਾਪ ਹੁੰਦੀ ਹੈ। ਕੀ ਕਹਿਣਾ? ਨਹੀਂ, ਸਰਕਾਰ ਨੂੰ ਤਾਂ ਮੰਨਦੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਇਹ ਗੱਲ ਗਈ ਸੀ ਕਿ ਇੰਡਸਟਰੀਅਲ ਪਾਲਿਸੀ ਦੇ ਵਿੱਚ ਜੋ ਕੁਝ ਵੀ ਫੈਸਿਲਿਟੀਜ਼ ਜਾਂ ਫਿਰ ਆਫਰ ਕੀਤੀ ਗਈਆਂ ਉਹ ਬਹੁਤੀ ਨਵੀਂ ਇੰਡਸਟਰੀ ਵਾਸਤੇ ਜਾਂ ਫਿਰ ਐਗਜ਼ਿਸਟਿੰਗ ਇੰਡਸਟਰੀ ਦੇ ਐਕਸਪੈਂਸ਼ਨ ਵਾਸਤੇ ਕੀਤੀ ਗਈਆਂ। ਇਸ ਮੁੱਦੇ ਦੇ ਉੱਤੇ ਨਾਰਾਜ਼ਗੀ ਇੰਡਸਟਰੀਅਲਿਸਟ ਨੇ ਪਹਿਲੇ ਵੀ ਜ਼ਾਹਿਰ ਕੀਤੀ ਸੀਗੀ, ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ ਉਹ ਤੂਫਾਨੀ ਦੌਰਾ, ਪਹਿਲੇ ਲੁਧਿਆਣਾ, ਫਿਰ ਜਲੰਧਰ, ਫਿਰ ਪਠਾਨਕੋਟ, ਫਿਰ ਅੰਮ੍ਰਿਤਸਰ, 4 ਜ਼ਿਲ੍ਹਿਆਂ ਦੇ ਵਿੱਚ ਸਨਅਤਕਾਰਾਂ ਨੂੰ ਉਹ ਮਿਲੇ ਔਰ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਸਮਝਾਉਣ ਦੀ ਵੀ ਨਵੇਂ ਯੂਨਿਟ ਆਉਣਗੇ ਤੇ ਫਾਇਦਾ ਤੁਹਾਨੂੰ ਵੀ ਹੋਣਾ, ਐਂਸੀਲਰੀ ਯੂਨਿਟ ਤੁਸੀਂ ਲਾਣੇ ਹੈ। ਪਰ ਉਹ ਗੱਲ ਮੈਨੂੰ ਲੱਗਦਾ ਵੀ ਇੰਡਸਟਰੀਅਲਿਸਟ ਸਹੀ ਤਰੀਕੇ ਨਾਲ ਐਕਸੈਪਟ ਨਹੀਂ ਕੀਤਾ। ਔਰ ਅੱਜ ਜਦ ਵਿਆਹ ਰੱਖਿਆ ਹੋਇਆ ਘਰ 23-24 ਤਰੀਕ ਨੂੰ ਇੱਕ ਤਰੀਕੇ ਨਾਲ ਇਨਵੈਸਟਮੈਂਟ ਸਮਿਟ ਹੈਗਾ, ਔਰ ਉਸ ਇਨਵੈਸਟਮੈਂਟ ਸਮਿਟ ਤੋਂ ਪਹਿਲੇ ਸਨਅਤਕਾਰਾਂ ਦਾ ਇਹ ਕਹਿਣਾ ਕਿ ਅਸੀਂ ਇਹਦਾ ਬਾਈਕਾਟ ਕਰਾਂਗੇ, ਇਹ ਸਰਕਾਰ ਵਾਸਤੇ ਇੱਕ ਬੜੀ ਵੱਡੀ ਮੁਸੀਬਤ ਹੈ। ਉਹ ਵੀ ਤਦ ਜਦ ਅੱਜ 11 ਫਰਵਰੀ ਹੈਗੀ ਹੈ ਤੇ ਕੱਲ 10 ਫਰਵਰੀ ਤੋਂ ਯੂਪੀ ਦੇ ਵਿੱਚ ਗਲੋਬਲ ਸਮਿਟ ਚੱਲ ਰਿਹਾ, ਔਰ ਅੱਜ ਹੋ ਸਕਦਾ ਹੈ ਪੰਜਾਬ ਦੇ ਕੁਝ ਸਨਅਤਕਾਰ ਉੱਥੇ MOU ਸਾਈਨ ਕਰਨ, ਔਰ ਉਹ ਕੌਣ ਉਹ ਇੰਡਸਟਰੀਅਲਿਸਟ ਹੋਣਗੇ ਉਹਦੇ ਉੱਤੇ ਵੀ ਕਾਫੀ ਇੱਕ ਨਜ਼ਰ ਰੱਖਣ ਦੀ ਲੋੜ ਹੈ। ਕਿਉਂਕਿ ਇੱਕ ਜਿਹੜੇ ਕੈਬਨਿਟ ਦਾ ਸਟੇਟਸ ਦਿੱਤਾ ਹੋਇਆ, ਉਹਨਾਂ ਨੇ ਵੀ ਕਥਿਤ ਤੌਰ ਤੇ ਇੱਕ MOU ਸਾਈਨ ਯੂਪੀ ਦੀ ਸਰਕਾਰ ਨਾਲ ਕੀਤਾ ਸੀਗਾ। ਯੂਪੀ ਦੀ ਇਨਵੈਸਟਮੈਂਟ ਸਮਿਟ ਦੇ ਉੱਤੇ ਵੀ ਨਜ਼ਰ ਰੱਖਣਾ, ਆਪਣੇ ਸਨਅਤਕਾਰਾਂ ਨੂੰ ਸੰਭਾਲ ਕੇ ਰੱਖਣਾ ਜਾਇਜ਼ ਹੈ। ਉਹਨਾਂ ਦੀ ਜਿਹੜੇ ਆਬਜੈਕਸ਼ਨ, ਪੰਜਾਬ ਦੇ ਐਗਜ਼ਿਸਟਿੰਗ ਸਨਅਤਕਾਰਾਂ ਦੇ ਆਬਜੈਕਸ਼ਨ ਨਵੀਂ ਇੰਡਸਟਰੀਅਲ ਪਾਲਿਸੀ ਨੂੰ ਲੈ ਕੇ ਜਾਂ ਇਨਵੈਸਟਮੈਂਟ ਸਮਿਟ ਨੂੰ ਲੈ ਕੇ ਜਾਇਜ਼ ਨੇ। ਉਹਦਾ ਕਾਰਨ ਕੀ ਹੈ ਕਿ ਨਵੀਂ ਇੰਡਸਟਰੀ ਨੂੰ ਜਦ ਤੁਸੀਂ 5 ਰੁਪਏ ਫ੍ਰੀ ਇੱਕ ਤਰੀਕੇ ਨਾਲ ਕਾਫੀ ਸਾਰੀ ਸੁਵਿਧਾਵਾਂ ਦੋਗੇ ਤੇ 200% ਉਹਨਾਂ ਦੀ ਜਿਹੜੀ ਕੈਪੀਟਲ ਲੱਗੇਗੀ ਉਹਦੇ ਰਿਫੰਡ ਦੇਣ ਦੀ ਵੀ ਗੱਲ ਨਵੀਂ ਇੰਡਸਟਰੀਅਲ ਪਾਲਿਸੀ ਦੇ ਵਿੱਚ ਕੀਤੀ ਗਈ ਹੈ। ਹੁਣ ਐਗਜ਼ਿਸਟਿੰਗ ਅਗਰ ਇੰਡਸਟਰੀ ਵੀ ਸੇਮ ਪਾਰਟ ਜਾਂ ਸੇਮ ਕੰਪੋਨੈਂਟ ਬਣਾ ਰਹੀ ਹੈ ਔਰ ਨਵੀਂ ਇੰਡਸਟਰੀ ਵੀ ਉਹ ਸੇਮ ਕੰਪੋਨੈਂਟ ਬਣਾਏਗੀ ਤੇ ਲੈਵਲ ਪਲੇਇੰਗ ਫੀਲਡ ਕਿੱਥੇ ਗਈ? ਪੁਰਾਣੀ ਇੰਡਸਟਰੀ ਨੂੰ ਉਹੀ ਚੀਜ਼ ਮਹਿੰਗੀ ਪਏਗੀ, ਨਵੀਂ ਇੰਡਸਟਰੀ ਨੂੰ ਉਹੀ ਚੀਜ਼ ਸਸਤੀ ਪਏਗੀ। ਉਹ 5 ਦੀ ਵੇਚੇਗਾ, ਇਹਨਾਂ ਦੀ 10 ਦੀ ਪੈਂਦੀ ਹੈ, ਤੇ ਫਿਰ ਪੁਰਾਣੀ ਇੰਡਸਟਰੀ ਤੇ ਬਰਬਾਦ ਹੋਏਗੀ। ਇਸ ਕਰਕੇ ਇਤਰਾਜ਼ ਠੀਕ ਨੇ। ਹੁਣ ਭਗਵੰਤ ਮਾਨ ਸਰਕਾਰ ਨੂੰ ਕੁਝ ਨਾ ਕੁਝ ਏਦਾਂ ਦਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਸਾਰੇ ਇੰਡਸਟਰੀਜ਼ ਨੂੰ ਲੈਵਲ ਪਲੇਇੰਗ ਫੀਲਡ ਦੇਣ, ਨਵੀਂ ਇੰਡਸਟਰੀ ਨੂੰ ਅਟਰੈਕਟ ਕਰਨ ਕਰਕੇ ਪੁਰਾਣੀ ਇੰਡਸਟਰੀ ਨੂੰ ਅਗਰ ਤੁਸੀਂ ਇਗਨੋਰ ਕਰੋਗੇ ਤੇ ਇਹ ਵੀ ਕੋਈ ਚੰਗੀ ਇੰਡਸਟਰੀਅਲ ਪਾਲਿਸੀ ਨਹੀਂ ਹੈਗੀ। ਗਰਾਊਂਡ ਵਾਟਰ ਲੈਵਲ ਚਾਰजेस ਜਿਹੜੇ ਪਿੱਛੇ ਲਾਏ ਨੇ ਉਹਦੇ ਉੱਤੇ ਵੀ ਸਨਅਤਕਾਰਾਂ ਨੂੰ ਇਤਰਾਜ਼ ਹੈ ਕਿ ਵੀ ਇੰਨਾ ਹੈਵੀ ਚਾਰਜ, ਔਰ ਦੂਜੇ ਪਾਸੇ ਤੁਸੀਂ ਐਗਰੀਕਲਚਰ ਸੈਕਟਰ ਨੂੰ ਉਹਨਾਂ ਚਾਰजेस ਤੋਂ ਬਿਲਕੁਲ ਵੇਵਰ ਦੇ ਰਹੇ ਹੋ ਔਰ ਸਾਡੇ ਉੱਤੇ ਬੋਝ ਹੋਰ ਜ਼ਿਆਦਾ ਪਾ ਰਹੇ ਹੋ। ਚਲੋ ਕੁਝ ਸਵਾਲ ਉਠਾਏ ਨੇ, ਉਹਨਾਂ ਸਵਾਲਾਂ ਦਾ ਜਵਾਬ ਭਗਵੰਤ ਮਾਨ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਦਿੰਦੇ ਵੀ ਸੀਗੇ, ਪਰ ਉਹ ਕਨਵਿੰਸ ਨਹੀਂ ਹੋਏ ਸਨਅਤਕਾਰ। ਹੁਣ 23-24 ਨੂੰ ਵਾਕਈ ਬਾਈਕਾਟ ਕਰਦੇ ਨੇ। ਜੇ ਵਾਕਈ ਬਾਈਕਾਟ ਕਰਦੇ ਨੇ ਤੇ ਸਰਕਾਰ ਵਾਸਤੇ ਇਹ ਮੁਸ਼ਕਿਲ ਵੱਧ ਜਾਏਗੀ। ਸਰਕਾਰ ਨੂੰ ਮਨਾਉਣਾ ਆਉਂਦਾ, ਬਾਈਬਲ ਕਲਾਂ 'ਚ ਉਹਨਾਂ ਰਸਤਾ ਖਿਲਾ ਲਿਆ। ਇਸੇ ਤਰ੍ਹਾਂ ਹੋਰ ਵੀ ਕਈ ਜਗ੍ਹਾ ਤੇ ਸਰਕਾਰ ਨੇ, ਜਦੋਂ ਤੁਹਾਨੂੰ ਯਾਦ ਹੈ ਡੱਲੇਵਾਲ ਸਾਹਿਬ ਨੂੰ ਮਨਾ ਲਿਆ, ਉੱਥੇ ਸੰਗਰੂਰ 'ਚ ਗਰਾਹਾਂ ਸਾਹਿਬ ਨੂੰ ਮਨਾ ਲਿਆ, ਫਿਰ ਹੁਣ ਜੀਰੇ ਵਾਲਿਆਂ ਨੂੰ ਮਨਾਉਣ ਗਈ ਸੀ ਉਹ ਪਾਰਟੀ ਅਫਸਰਾਂ ਦੀ ਜਿਹੜੀ ਕਹਿੰਦੀ ਸੀ ਆਹ ਦੇਖੋ ਆਪਾਂ ਉਹਨਾਂ ਦੀ ਪ੍ਰਵਾਨਗੀ ਰੱਦ ਕਰਤੀ ਪੋਲੂਸ਼ਨ ਵਾਲੀ। ਇਹ ਸਾਰੀਆਂ ਗੱਲਾਂ ਤਾਂ ਇੰਦਰਪ੍ਰੀਤ ਜੀ ਹੈਗੀਆਂ। ਆ ਜਿਹੜਾ ਭਾਸਕਰ ਸਾਹਿਬ ਨਵੀਂ ਪੁਰਾਣੀ ਦੀ ਗੱਲ ਕਰ ਰਹੇ ਆ, ਇਹਦੀ ਥੋੜੀ ਮੈਨੂੰ ਵਿਸਥਾਰ 'ਚ ਜਾਣ ਦਾ ਦਿਲ ਕਰਦਾ ਹੈ। ਮੈਂ ਚਾਹੁੰਦਾ ਹੈ ਕਿ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦੇ ਦਿਓ, ਕਿਉਂਕਿ ਇਹ ਰੌਲਾ ਤਾਂ ਪਹਿਲਾਂ ਦੂਜੀਆਂ ਸਟੇਟਾਂ ਨਾਲ ਸੀ ਕਿ ਉਹ ਟੈਕਸ ਹੌਲੀਡੇਜ਼ ਕਰਕੇ ਸਾਡੇ ਉਧਰ ਪ੍ਰੋਡਕਸ਼ਨ ਸਸਤੀ ਪੈਂਦੀ ਹੈ, ਸਾਡੇ ਕੋਲ ਮਹਿੰਗਾ ਮਾਲ ਕਿਉਂ ਲਊਗਾ, ਸੇਮ ਕੁਆਲਿਟੀ। ਲੇਕਿਨ ਉਧਰਲੇ ਬੰਨੇ ਤੁਸੀਂ ਕੋਈ ਵੀ ਜਿਹੜਾ ਟਰੇਡਰ ਹੋਊਗਾ ਉਹਨਾਂ ਵੱਲ ਜਾਊਗਾ ਜਿੱਥੇ ਉਹਨੂੰ ਸਸਤਾ ਮਿਲਦਾ। ਕੀ ਪੰਜਾਬ ਦੇ ਵਿੱਚ ਇਹ ਸਨਅਤਕਾਰਾਂ ਦੇ ਇਹੀ ਪਰੇਸ਼ਾਨੀਆਂ ਨੇ ਜੀ? ਨਹੀਂ ਦੇਖੋ, ਜਿਹੜੀ ਭਾਸਕਰ ਸਾਹਿਬ ਨੇ ਗੱਲ ਕਿਹਾ ਕਿ ਉਹਨਾਂ ਨੇ ਨਵੀਂ ਇੰਡਸਟਰੀਅਲ ਪਾਲਿਸੀ ਦੇ ਵਿੱਚ ਇਨਸੈਂਟਿਵਸ ਦਿੱਤੇ ਆ ਜ਼ਿਆਦਾ, ਉਹ ਨੋ ਡਾਊਟ ਕਿ ਇਹ ਹੈਗੇ ਆ, ਪਰ
ਮੈਂ ਇਸ ਤੇ ਗੱਲ ਪੁੱਛੀ ਵੀ ਸੀ ਇਹਨਾਂ ਤੋਂ ਕਿ ਜਦੋਂ ਤੁਸੀਂ ਇਹ ਕਰ ਰਹੇ ਹੋ ਤਾਂ ਇਹ ਤਾਂ ਜਿਹੜੀ ਪੁਰਾਣੀ ਇੰਡਸਟਰੀ ਆਲਰੇਡੀ ਸਟੈਬਲਿਸ਼ਡ ਹੈ ਇੱਥੇ, ਉਹਨੂੰ ਤਾਂ ਦਿੱਕਤ ਆਏਗੀ। ਤਾਂ ਉਹਨਾਂ ਨੇ ਕਿਹਾ ਕਿ ਵੀ ਉਹਨੂੰ ਦਿੱਕਤ ਘੱਟ ਆਏਗੀ ਕਿਉਂਕਿ ਉਹ ਆਲਰੇਡੀ ਸਟੈਬਲਿਸ਼ਡ ਹੈ, ਉਹਨਾਂ ਤੇ ਹੁਣ ਕੋਈ ਮਤਲਬ ਨਵੀਂ ਕੰਸਟਰਕਸ਼ਨ ਦਾ ਕੋਈ ਲੋਡ ਨਹੀਂ ਹੈ। ਜਿਹੜੀ ਨਵੀਂ ਆਊਗੀ ਉਹ ਦੇਖੋ ਉਹਦੇ ਉੱਤੇ ਜਿਹੜਾ ਇੰਟਰਸਟ ਦਾ ਇੱਕ ਪਾਰਟ ਹੁੰਦਾ ਵੱਡਾ, ਜਦੋਂ ਕੈਪੀਟਲ ਇੰਨੀ ਤੁਸੀਂ ਮਤਲਬ 50 ਕਰੋੜ 100 ਕਰੋੜ ਤੁਸੀਂ ਲਗਾਉਂਦੇ ਹੋ ਤਾਂ ਇੱਕ ਉਹਦੇ ਵਿੱਚ ਇੱਕ ਵੱਡਾ ਪਾਰਟ ਇੰਟਰਸਟ ਦਾ ਵੀ ਹੁੰਦਾ ਹੈ, ਦੂਜਾ ਰਿਸਕ ਦਾ ਵੀ ਹੁੰਦਾ ਹੈ। ਇੱਕ ਜਿਹੜੀ ਪੁਰਾਣੀ ਇੰਡਸਟਰੀ ਲੱਗੀ ਹੋਈ ਹੈ ਆਲਰੇਡੀ, ਉਹ ਸਟੈਬਲਿਸ਼ ਹੈ, ਉਹਨੂੰ ਪਤਾ ਹੈ ਕਿ ਮੇਰਾ ਮਾਲ ਕਿੰਨਾ ਬਣਨਾ ਔਰ ਮੈਂ ਕਿੱਥੇ ਕਿਹਨੂੰ ਭੇਜਣਾ ਹੈ, ਉਹਨੂੰ ਪਤਾ ਹੈ। ਲੇਕਿਨ ਨਵੀਂ ਜਿਹੜੀ ਇੰਡਸਟਰੀ ਆਂਦੀ ਹੈ ਉਹਨੂੰ ਥੋੜੀ ਦਿੱਕਤ ਹੁੰਦੀ ਹੈ ਕਿ ਵੀ ਕੀ ਉਹ ਜਿਹੜਾ ਆਪਣੇ ਇੱਥੇ ਪੈਦਾਵਾਰ ਉਤਪਾਦਨ ਕਰੂਗੀ ਕੀ ਉਹ ਵੇਚ ਵੀ ਪਾਊਗੀ ਉਹਨਾਂ ਕਿ ਨਹੀਂ ਪਾਊਗੀ। ਇਹ 2-3 ਰਿਸਕ ਫੈਕਟਰ ਹੁੰਦੇ ਹੈ ਜਿਸ ਤੋਂ ਨਵੀਂ ਇੰਡਸਟਰੀ ਨੂੰ ਕੱਢਣਾ ਜ਼ਰੂਰੀ ਹੁੰਦਾ ਹੈ ਜਾਂ ਉਹਨਾਂ ਦਾ ਵਿਸ਼ਵਾਸ ਬਣਾਉਣਾ ਜ਼ਰੂਰੀ ਹੁੰਦਾ ਕਿ ਤੁਸੀਂ ਲਗਾਓ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਤੁਹਾਡੀ ਟੇਕ ਕੇਅਰ ਕਰਾਂਗੇ। ਉਸ ਦੇ ਵਿੱਚ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਵੀ GST ਦਾ ਉਹਨਾਂ ਨੂੰ ਕਹਿਤਾ, ਪ੍ਰੋਵੀਜ਼ਨ ਕਰਤੀ ਵੀ ਜਿੰਨਾ GST ਹੋਊਗਾ ਉਹ ਤੁਸੀਂ ਰੱਖ ਸਕਦੇ ਹੋ ਐਜ਼ ਇਨਸੈਂਟਿਵ ਦੇ ਤੌਰ ਤੇ, ਠੀਕ ਹੈ। ਇਸ ਤਰ੍ਹਾਂ ਹੀ 5 ਰੁਪਏ ਬਿਜਲੀ ਹੈ, 5 ਰੁਪਏ ਬਿਜਲੀ ਤਾਂ ਉਹਨਾਂ ਨੂੰ ਵੀ ਮਿਲਦੀ ਹੈ, ਇਹਨਾਂ ਨੂੰ ਵੀ ਮਿਲਣੀ ਹੈ ਨਵੇਂ ਵਾਲਿਆਂ ਨੂੰ। ਸਿਰਫ ਟੈਕਸਾਂ ਦੀ ਇੱਕ ਜਿਹੜੀ ਇਨਸੈਂਟਿਵ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਮਿਲੀ ਹੈਗੀ ਹੈ, ਬਿਜਲੀ ਤਾਂ ਸਾਰਿਆਂ ਨੂੰ ਇੱਕੋ ਜਿਹੀ ਮਿਲਣੀ ਹੈ। ਹੁਣ ਜਿਹੜੀ ਨਵੀਂ ਲੱਗੇਗੀ ਉਹਨਾਂ ਨੂੰ ਜ਼ਰੂਰ ਉਹਨਾਂ ਨੇ ਕਿਹਾ ਵੀ ਸਟੈਂਪ ਡਿਊਟੀ ਤੋਂ ਤੁਹਾਨੂੰ ਥੋੜੀ ਵੇਵਰ ਕਰਾਂਗੇ, ਜਾਂ ਤੁਸੀਂ ਉਹਨਾਂ ਨੂੰ ਇੱਕ ਜਿਵੇਂ ਫੈਕਟਰ ਕਿਹਾ ਵੀ ਤੁਸੀਂ ਬਾਰਡਰ ਏਰੀਆਜ਼ 'ਚ ਲਗਾਓਗੇ। ਹੁਣ ਦੇਖੋ ਬਾਰਡਰ ਏਰੀਆਜ਼ ਦੇ ਵਿੱਚ ਅਗਰ ਇੰਡਸਟਰੀ ਨੂੰ ਤੁਸੀਂ ਐਕਸਟਰਾ ਬੈਨੀਫਿਟ ਨਹੀਂ ਦੋਗੇ ਤਾਂ ਉੱਥੇ ਲਗਾਣੀ ਮੁਸ਼ਕਿਲ ਹੀ ਹੋ ਜਾਏਗੀ, ਉੱਥੇ ਤਾਂ ਜਾਏਗਾ ਹੀ ਨਹੀਂ ਕਿਉਂਕਿ ਉੱਥੇ ਰਿਸਕ ਫੈਕਟਰ ਵੱਡੇ ਨੇ। ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਇਹ ਸਾਰੇ ਜਿਹੜੇ ਨੇ ਇਹ ਮਤਲਬ ਉਹ ਇਹੋ ਜਿਹਾ ਜ਼ੋਨ ਹੈ ਖਤਰੇ ਵਾਲਾ ਜਿੱਥੇ ਤੁਹਾਨੂੰ ਕੱਲ ਨੂੰ ਕੋਈ ਲੜਾਈ ਲੱਗ ਜਾਏ, ਕੁਝ ਹੋ ਜਾਏ ਤਾਂ ਉਹਨਾਂ ਦੀ ਇਨਵੈਸਟਮੈਂਟ ਪ੍ਰਭਾਵਿਤ ਹੋਏਗੀ। ਤੇ ਦੂਜਾ ਉੱਥੇ ਇੰਨਾ ਇਨਫਰਾਸਟ੍ਰਕਚਰ ਵੀ ਹੈ ਨਹੀਂ ਹੈ ਜਿੰਨਾ ਮਤਲਬ ਤੁਸੀਂ ਕਹੋ ਕਿ ਕੱਲ ਨੂੰ ਲੁਧਿਆਣੇ, ਜਲੰਧਰ ਜਾਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਸਥਾਪਿਤ ਕਰਨਾ ਚਾਹੋ ਤਾਂ ਉੱਥੇ ਤੁਹਾਨੂੰ ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਆਲਰੇਡੀ ਹੈਗਾ, ਮਤਲਬ ਰੇਲਵੇ ਲਾਈਨਸ ਹੈਗੇ ਨੇ, ਸਭ ਕੁਝ ਹੈਗਾ। ਪਰ ਜੇ ਤੁਸੀਂ ਕਹੋਗੇ ਕਿ ਫਿਰੋਜ਼ਪੁਰ 'ਚ ਲਗਾ ਦਿਓ ਤੇ ਫਿਰੋਜ਼ਪੁਰ 'ਚ ਉਹਨਾਂ ਇੰਡਸਟਰੀਅਲ ਵਾਸਤੇ ਇੰਨਾ ਇਨਫਰਾਸਟ੍ਰਕਚਰ ਨਹੀਂ ਹੈਗਾ, ਜਹਾਜ਼ਾਂ ਦੀ ਉਹਨਾਂ ਨੂੰ ਲੋੜ ਹੈ, ਡਰਾਈ ਪੋਰਟਸ ਉੱਥੇ ਨਹੀਂ ਹੈਗੇ, ਮਤਲਬ ਕਾਫੀ ਚੀਜ਼ਾਂ ਹੁੰਦੀਆਂ ਨੇ। ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਥੋੜਾ ਜਿਹਾ ਅਗਰ ਨਵੀਂ ਇੰਡਸਟਰੀ ਨੂੰ ਉਹ ਐਕਸਟਰਾ ਦੇ ਰਿਹਾ ਤਾਂ ਕੋਈ ਗਲਤੀ ਨਹੀਂ ਹੈ। ਪੁਰਾਣੀ ਇੰਡਸਟਰੀ ਨੂੰ ਵੀ ਇਹ ਕਿਹਾ ਹੈ ਕਿ ਅਗਰ ਤੁਸੀਂ ਆਪਣਾ ਪ੍ਰਸਾਰ ਕਰੋਗੇ ਤਾਂ ਤੁਹਾਨੂੰ ਵੀ ਉਹੀ ਬੈਨੀਫਿਟਸ ਮਿਲਣਗੇ ਜੋ ਤੁਹਾਨੂੰ ਨਵੀਂ ਵਾਲੇ ਨੂੰ ਮਿਲ ਰਿਹਾ ਹੈ। ਇਹ ਨਵੀਂ ਦੇ ਵਿੱਚ ਇੱਕ ਵੀ ਰਿਸਕ ਹੁੰਦਾ ਕਿ ਸਫਲ ਹੋਣਾ ਕਿ ਅਸਫਲ ਹੋਣਾ, ਉਹਦੇ ਚ ਕਈ ਤਰ੍ਹਾਂ ਦੇ ਰਿਸਕ ਫੈਕਟਰ ਨੂੰ ਹੀ ਕੰਮ ਮਤਲਬ ਕਵਰ ਕਰਨ ਲਈ ਉਹਨਾਂ ਨੂੰ ਬੈਨੀਫਿਟ ਦਿੰਦੇ ਆ। ਇਹਦੇ ਵਿੱਚ ਰੰਧਾਵਾ ਜੀ ਇਹ ਕੋਈ ਲੌਜੀਕ ਨਹੀਂ ਬਣਦਾ ਵੀ ਪੁਰਾਣੀ ਤੇ ਸੈੱਟ ਹੋ ਗਈ ਹੈ ਤੇ ਹੁਣ ਨਵੀਂ ਨੂੰ ਸੈੱਟ ਕਰਨਾ ਹੈ। ਸਾਸ ਵੀ ਕਦੀ ਬਹੂ ਥੀ, ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ। ਪਰ ਨਾਲ ਦੇ ਨਾਲ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਕਿ ਜੀ ਪੁਰਾਣੀ ਤੇ ਸੈੱਟ ਹੋ ਗਈ, ਨਵੀਂ ਨੂੰ ਅਸੀਂ ਸੈੱਟ, ਜਿਹੜੀ ਬਾਰਡਰ ਏਰੀਆ ਦੀ ਗੱਲ ਕਰ ਰਹੇ ਉੱਥੇ ਤੇ ਇਹ ਗੱਲ ਸਮਝ ਆਉਂਦੀ ਹੈ ਕਿ ਜਿਹੜੀ ਇੰਡਸਟਰੀ ਬਾਰਡਰ ਏਰੀਆ ਦੇ ਵਿੱਚ ਲੱਗੇਗੀ ਉਹਨੂੰ ਇਹ ਸਪੈਸ਼ਲ ਇਨਸੈਂਟਿਵ ਮਿਲੇਗੇ। ਪਰ ਇੰਡਸਟਰੀਅਲ ਪਾਲਿਸੀ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਇੰਡਸਟਰੀ ਦਾ ਆਬਜੈਕਸ਼ਨ ਸਹੀ ਹੈ, ਹੈਗੀ ਹੈ ਭਾਸਕਰ ਸਾਹਿਬ, ਹੈਗੀ ਹੈ। ਉਹਦੇ ਐਕਸਪੈਂਸ਼ਨ ਕਰੋਗੇ ਤੁਸੀਂ ਤੇ ਆਪਣਾ ਮਾਲ ਵੇਚ ਲੈਂਦੇ ਹੋ, ਨਵਿਆਂ ਨੂੰ ਵੇਚਣ ਦੇ ਵਿੱਚ ਅਸੀਂ ਮਦਦ ਕਰਾਂਗੇ, ਇਹ ਕੋਈ ਇੰਡਸਟਰੀਅਲ ਪਾਲਿਸੀ ਨਹੀਂ। ਕਦੀ ਉਹ ਵੀ ਜਿਹੜੀ ਅੱਜ ਐਗਜ਼ਿਸਟਿੰਗ ਇੰਡਸਟਰੀ ਹੈ, ਪੁਰਾਣੀ ਇੰਡਸਟਰੀ ਹੈ, ਕਦੀ ਉਹ ਵੀ ਨਵੀਂ ਹੁੰਦੀ ਸੀ, ਉਹਨਾਂ ਨੂੰ ਤਦ ਇਦਾਂ ਦੇ ਬੈਨੀਫਿਟ ਦਿੱਤੇ ਗਏ ਸੀ। ਔਰ ਜਦ ਤੁਸੀਂ ਕਿਸੇ ਨਵੀਂ ਇੰਡਸਟਰੀ ਨੂੰ ਲੈ ਕੇ ਆਉਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਲੋੜ ਹੁੰਦੀ ਹੈ ਕਿਉਂਕਿ ਸਾਰਾ ਬਿਜ਼ਨਸ ਡਿਪੈਂਡ ਕਰਦਾ ਮਾਰਕੀਟਿੰਗ ਸਿਸਟਮ ਤੇ। ਇੱਕ ਪ੍ਰੋਡਕਟ ਦੀ ਕੋਸਟ ਤੁਹਾਨੂੰ ਕਿੰਨੇ ਦੀ ਪਈ ਹੈ, ਮਾਰਕੀਟਿੰਗ ਜਿਹੜਾ ਰੇਟ ਹੈਗਾ ਉਸ ਰੇਟ ਤੇ ਹੀ ਵਿਕੂਗਾ। ਪਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਵੀ ਇੱਕ ਨੂੰ ਇਹ ਪੁਰਾਣੀ ਇੰਡਸਟਰੀ ਨੂੰ ਉਹੀ ਪ੍ਰੋਡਕਸ਼ਨ ਮਹਿੰਗੀ ਪਏ ਤੇ ਨਵੀਂ ਨੂੰ ਸਸਤੀ ਪਏ ਤੇ ਫਿਰ ਇਹਨੂੰ ਆਪਾਂ ਲੈਵਲ ਪਲੇਇੰਗ ਫੀਲਡ ਕਿੱਦਾਂ ਕਹਿ ਸਕਦੇ ਨਹੀਂ। ਪਰ ਇਹਦੇ 'ਚ ਇੱਕ ਹੋਰ ਸਵਾਲ ਵੀ ਹੈ ਨਾ ਕਿ ਜਦੋਂ ਨੀਤੀ ਬਣਾਈ ਜਾ ਰਹੀ ਹੁੰਦੀ ਹੈ ਕਿ ਉਹਨਾਂ ਸਾਰੀਆਂ ਧਿਰਾਂ ਨੂੰ ਸੁਣਿਆ ਜਾ ਰਿਹਾ। ਨੀਤੀ ਹੋਂਦ ਵਿੱਚ ਆਉਣ ਤੋਂ ਪਹਿਲਾਂ ਚਰਨਿੰਗ 'ਚ ਹੁੰਦੀ ਹੈ ਤੇ ਉਹਦੇ ਵਿੱਚ ਕੀ ਇਹਨਾਂ ਨੇ ਆਬਜੈਕਸ਼ਨ ਕੀਤੇ ਸੀ, ਆਪਣੇ ਸਵਾਲ ਰੱਖੇ ਸੀ ਕਿ ਉਹਨਾਂ ਨੂੰ ਐਡਰੈਸ ਕਰਨ ਤੋਂ ਸਰਕਾਰ ਨੇ ਆਨਾਕਾਨੀ ਕਰ ਲਈ। ਜਦੋਂ ਕੋਈ ਸਟ੍ਰਾਈਕ ਹੁੰਦੀ ਹੈ ਉਹਦੀ ਬੁਨਿਆਦ ਵਿੱਚ ਇੱਕ ਨੈਗੋਸੀਏਸ਼ਨ, ਇੱਕ ਗੱਲਬਾਤ ਵੀ ਹੁੰਦੀ ਹੈ। ਪਹਿਲਾਂ ਇੱਕ ਪੂਰੀ ਦੀ ਪੂਰੀ ਕੰਪੇਨ ਚੱਲੀ ਹੁੰਦੀ ਹੈ। ਇਹ ਸਨਅਤੀ ਪਾਲਿਸੀ 10 ਮਹੀਨੇ ਤੋਂ ਹੀ ਬਣਨੀ ਸ਼ੁਰੂ ਹੋਈ ਹੈ, 8-9 ਮਹੀਨੇ ਤੋਂ ਲਗਾਤਾਰ ਇਹ ਤੇ ਕੰਮ ਹੋ ਰਿਹਾ ਸੀਗਾ। ਫਿਰ ਸਾਡੇ ਮਹਿਕਮੇ ਕੀ ਕਰ ਰਹੇ ਆ, IAS ਅਧਿਕਾਰੀ ਕੀ ਕਰ ਰਹੇ ਆ, ਫਿਰ ਉਹਨਾਂ ਮਹਿਕਮਿਆਂ ਦੇ ਥੱਲੇ ਇੱਕ ਲੰਬਾ ਤਾਮਝਾਮ ਹੈ, ਉਹ ਕਦ ਲਈ ਬੈਠਾ, ਐਕਸਪਰਟਸ ਵੀ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਮੈਨੂੰ ਲੱਗਦਾ ਕਿ ਕਿਤੇ ਜਿਹੜੀ ਸਰਕਾਰਾਂ ਦੀ ਇੱਛਾ ਸ਼ਕਤੀ ਹੈ ਉਹ ਵੀ ਸਵਾਲਾਂ 'ਚ ਆ ਜਾਂਦੀ ਹੈ ਕਿ ਤੁਹਾਡੀ ਵੱਖ-ਵੱਖ ਖੇਤਰਾਂ 'ਚ ਐਕਸਪਰਟਸ ਨਾਲ ਸਿਟਿੰਗ, ਤੁਹਾਡੀਆਂ ਮੈਰਾਥਨ ਮੀਟਿੰਗਸ, ਤੁਹਾਡੀ ਆਪਣੀ ਅਪਰੋਚ, ਇਹ ਸਾਰੀਆਂ ਚੀਜ਼ਾਂ ਬੜੀਆਂ ਅਹਿਮ ਨੇ। ਮੁੱਖ ਮੰਤਰੀ ਦਾ ਓਪਨ ਮਨ, ਖੁੱਲੇ ਮਨ ਨਾਲ
ਇਸ ਤਰ੍ਹਾਂ ਬੈਠਣਾ ਉਹ ਬੜਾ ਜ਼ਰੂਰੀ ਹੁੰਦਾ। ਤੁਸੀਂ ਹਰ ਖੇਤਰ ਦੇ ਮਾਹਿਰ ਨਹੀਂ ਹੋ ਸਕਦੇ, ਪਰ ਤੁਸੀਂ ਹਰ ਖੇਤਰ ਦੇ ਮਾਹਿਰਾਂ ਦੇ ਮੁਖੀ ਹੋ। ਇਹ ਸਵਾਲ ਬਹੁਤ ਅਹਿਮ ਆ। ਆਪਾਂ ਲਾਸਟ ਵਿੱਚ ਮੈਨੂੰ ਲੱਗਦਾ ਆਪਾਂ ਬਹੁਤ ਅੱਗੇ ਲੰਘ ਆਏ ਆ। ਇੱਕ ਸਿੰਪਲ ਗੱਲ ਕਰਨੀ ਆ ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਤੋਂ ਤੇ ਮੈਂ ਥੋੜੀ ਜਿਹੀ ਉਹ ਲੈਣੀ ਆ। ਧਾਲੀਵਾਲ ਸਾਹਿਬ ਉੱਥੇ ਗਏ ਸੀ ਕੱਲ, ਬੈਬਲ ਇੱਕ ਸਾਈਡ ਤੋਂ ਉਹਨਾਂ ਖਲਵਾ ਲਿਆ। ਇਹਨਾਂ ਦੇ ਲਾਗੇ ਲਤੀਫਪੁਰੇ ਦੇ ਵਿੱਚ ਵੀ ਅੱਜ ਇੱਕ MLA ਦੇ ਘਰ ਮੂਹਰੇ ਜਾਣ ਦਾ ਮਨ ਬਣਾਈ ਬੈਠਿਆ ਪ੍ਰਦਰਸ਼ਨਕਾਰੀ। ਪਰ ਤੁਸੀਂ ਮੈਨੂੰ ਇਹ ਦੱਸਿਓ, ਤੁਸੀਂ ਕਿਉਂਕਿ ਰਿਪੋਰਟ ਕਰ ਰਹੇ ਹੋ ਕੌਮੀ ਇਨਸਾਫ ਮੋਰਚੇ ਨੂੰ, ਦਰਅਸਲ ਕਿਹੜੇ ਕਿਹੜੇ ਬੰਦੀ ਸਿੱਖ, ਆਪਾਂ ਬਹੁਤੀ ਵਿਸਥਾਰ ਚ ਨਹੀਂ ਜਾਣਾ, ਕਿਹੜੇ ਕਿਹੜੇ ਬੰਦੀ ਸਿੱਖਾਂ ਦੀ ਰਿਹਾਈ ਲਈ ਗੱਲ ਤੁਰ ਰਹੀ ਹੈ? ਬਾਈ ਨੇਮ ਜੇ ਦੱਸ ਸਕੋ ਤਾਂ ਬੜੀ ਚੰਗੀ ਗੱਲ ਹੋਊਗੀ। ਉਹਦੇ ਚ ਮਤਲਬ ਜਿਹੜੀ ਕੱਲ ਕਾਫੀ ਇਹਨਾਂ ਨਾਲ ਗੱਲ ਹੋਈ ਸੀਗੀ ਹੋਮ ਡਿਪਾਰਟਮੈਂਟ ਨਾਲ ਵੀ, ਤੇ ਹੋਰ ਜਿਹੜੇ ਚੀਫ ਸੈਕਟਰੀ ਲੈਵਲ ਤੇ ਵੀ ਇਹ ਜਿਹੜੇ ਬੈਠੇ ਹੈਗੇ ਆ ਕਿ ਸਰਕਾਰ ਇਹਨਾਂ ਦੇ ਉੱਤੇ ਕੋਈ ਮਤਲਬ ਉਹਨਾਂ ਨੂੰ ਛੁਡਵਾਉਣ ਲਈ ਕੋਈ ਐਫਰਟ ਨਹੀਂ ਕਰ ਰਹੀ। ਤਾਂ ਉਹਨਾਂ ਦਾ ਇੱਕ ਜਿਹੜਾ ਲੌਜਿਕ ਸੀਗਾ ਉਹ ਸੀਗਾ ਕਿ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਵੀ ਕੇਸ ਨਹੀਂ ਹੈ ਜਿਹਦੀ ਰਿਹਾਈ ਅਸੀਂ ਕਰਨੀ ਹੋਵੇ। ਮਤਲਬ ਪੰਜਾਬ ਤਾਂ ਆਪਣੇ ਹੀ ਕੈਦੀਆਂ ਨੂੰ ਛੋੜ ਸਕਦੀ ਹੈ ਨਾ, ਦੂਜੇ ਸਟੇਟ ਦੇ ਅਗਰ ਕੋਈ ਕੈਦੀ ਹੈਗਾ ਉਹਦੇ ਲਈ ਤਾਂ ਸਿਰਫ ਐਫਰਟ ਕੀਤੇ ਜਾ ਸਕਦੇ ਆ। ਸਪੋਜ਼ ਕੋਈ ਜਿਵੇਂ ਹੁਣ 3 ਕੈਦੀ ਸਾਡੇ ਦਇਆ ਸਿੰਘ ਲਾਹੌਰੀਆ ਵਗੈਰਾ, ਸਤਨਾਮ ਸਿੰਘ ਵਗੈਰਾ, ਜਾਂ ਇਹ ਸਾਰੇ ਮੁਰਾਦਾਬਾਦ ਜੇਲ੍ਹ 'ਚ ਨੇ, ਮਤਲਬ ਹੁਣ ਯੂਪੀ ਨੂੰ ਕਹਿਣਾ ਪਏਗਾ ਕਿ ਯੂਪੀ ਸਰਕਾਰ ਇਹਨੂੰ ਛੋੜੇ। ਤਾਂ ਜੇ ਮੰਨ ਲਓ ਯੂਪੀ ਸਰਕਾਰ ਨਹੀਂ ਛੋੜਨਾ ਚਾਹੁੰਦੀ ਤਾਂ ਅਸੀਂ ਉਹਨੂੰ ਕਿਵੇਂ ਕਰਾਂਗੇ? ਉਹ ਮਤਲਬ ਇਹ ਪੰਜਾਬ ਗਵਰਨਮੈਂਟ ਦਾ ਸੀ। ਇੱਕ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਸਾਰੇ ਦੇ ਪਿੱਛੇ ਕਿਤੇ ਨਾ ਕਿਤੇ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹੀ ਜ਼ਿਆਦਾ ਬੰਦੀ ਸਿੰਘਾਂ ਦਾ ਮੋਰਚਾ ਇੱਥੇ ਲਗਵਾਈ ਬੈਠੀਆਂ ਨੇ, ਉਹਨਾਂ ਨੂੰ ਉਕਸਾ ਰਹੀਆਂ ਤੇ ਤਾਂ ਕਿ ਸਾਡੀ ਜਿਹੜੀ ਸਥਿਤੀ ਆ ਉਹ ਕਮਜ਼ੋਰ ਹੋਵੇ। ਹੁਣ ਜਿਵੇਂ ਕੁਝ ਕਰਨਾਟਕ 'ਚ ਬੈਠੇ ਹੈ ਨਾ, ਤਾਂ ਜਿਵੇਂ ਦਿੱਲੀ ਦੇ ਵਿੱਚ ਦਵਿੰਦਰਪਾਲ ਭੁੱਲਰ ਨੇ, ਉਹਦੇ ਤੇ ਮਤਲਬ ਘੱਟੋ ਘੱਟ ਪੰਜਾਬ ਸਰਕਾਰ ਐਫਰਟ ਕਰ ਸਕਦੀ ਹੈ, ਕਿਉਂਕਿ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ, ਔਰ ਉਹ ਕਾਫੀ ਟਾਈਮ ਤੋਂ ਮਤਲਬ ਮੈਂਟਲੀ ਇਲਨੈਸ ਵੀ ਹੈਗੀ ਹੈ ਉਹਨਾਂ ਦੀ, ਇਲਾਜ ਚੱਲ ਰਿਹਾ ਉਹਨਾਂ ਦਾ। ਤਾਂ ਮੈਨੂੰ ਲੱਗਦਾ ਕਿ ਟਾਈਮ ਵੀ ਕਾਫੀ ਹੋ ਚੁੱਕਿਆ, 27-28 ਸਾਲ ਹੋ ਗਿਆ ਉਹਨਾਂ ਨੂੰ। ਤਾਂ ਜੇ ਅਗਰ ਉੱਥੇ ਐਫਰਟ ਕਰਕੇ ਉਹਨਾਂ ਨੂੰ ਛੁਡਾ ਲਿਆ ਜਾਏ ਤਾਂ ਇੱਕ ਮਤਲਬ ਇਹਨਾਂ ਦਾ ਇਹ ਕਹਿ ਸਕਦੇ ਆ ਵੀ ਦੇਖੋ ਅਸੀਂ ਇਹ ਕਰ ਲਿਆ। ਤੁਹਾਡਾ ਮਤਲਬ ਸਰਕਾਰ ਤੋਂ ਪ੍ਰੈਸ਼ਰ ਘਟ ਜਾਊਗਾ ਕਿ ਜਿੱਥੇ ਅਸੀਂ ਕਰ ਸਕਦੇ ਸੀ ਉੱਥੇ ਕੀਤਾ। ਹਾਂ, ਉੱਥੇ ਅਸੀਂ ਕਰ ਰਹੇ ਹਾਂ, ਲੇਕਿਨ ਜਿੱਥੇ ਸਾਡਾ ਜ਼ੋਰ ਹੀ ਨਹੀਂ ਪੈ ਰਿਹਾ, ਜਾਂ ਜਿੱਥੇ ਮਤਲਬ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਔਰ ਬੀਜੇਪੀ ਵੀ ਚਾਹੂਗੀ ਵੀ ਉਹਦਾ ਕ੍ਰੈਡਿਟ ਅਗਰ ਮਿਲਣਾ ਹੈ ਤਾਂ ਉਹ ਸਾਨੂੰ ਮਿਲੇ, ਤਾਂ ਉੱਥੇ ਫਿਰ ਮੈਨੂੰ ਲੱਗਦਾ ਕਿ ਇਹ ਦਿੱਕਤ ਆਂਦੀ ਹੈ। ਹੁਣ ਰਹਿ ਗਈ ਗੱਲ, ਇਹ ਸਾਰੇ ਜਿਹੜੇ ਜ਼ਿਆਦਾਤਰ ਜ਼ੋਰ ਜਿਹੜਾ ਪੈ ਰਿਹਾ ਉਹ ਪੈ ਰਿਹਾ ਰਾਜੋਆਣਾ ਸਾਹਿਬ ਤੇ ਜਗਤਾਰ ਹਵਾਰਾ ਹੋਰਾਂ ਨੂੰ, ਇਹਨਾਂ ਨੂੰ ਛੱਡਣ ਦਾ। ਉੱਥੇ ਇੱਕ ਦਿੱਕਤ ਇਹ ਹੈਗੀ ਹੈ ਕਿ ਕਾਂਗਰਸ ਜਦੋਂ ਛੱਡਣ ਦੀ ਇਨੀਸ਼ੀਏਟਿਵ ਹੁੰਦੀ ਹੈ ਤਾਂ ਕਾਂਗਰਸ ਇਸ ਤੇ ਇਤਰਾਜ਼ ਕਰਦੀ ਹੈ, ਖਾਸ ਤੌਰ ਤੇ ਜਿਹੜੀ ਬੇਅੰਤ ਸਿੰਘ ਫੈਮਿਲੀ ਹੈ ਉਹ ਇਸ ਤੇ ਇਤਰਾਜ਼ ਕਰਦੀ ਹੈ। ਬਾਰ-ਬਾਰ ਜਦੋਂ ਇਹ ਗੱਲ ਆਂਦੀ ਹੈ ਕਿ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਤਾਂ ਛੋੜਤਾ ਗਿਆ, ਇਹਨਾਂ ਨੂੰ ਵੀ ਕਿਉਂ ਨਹੀਂ ਛੱਡਿਆ ਜਾ ਸਕਦਾ, ਤਾਂ ਉੱਥੇ ਇਹੀ ਇੱਕ ਜਿਹੜੀ ਦਿੱਕਤ ਹੈ ਵੀ ਉਸ ਮਾਮਲੇ 'ਚ ਨਹੀਂ ਆਈ ਸੀ ਵੀ ਉੱਥੇ ਗਾਂਧੀ ਪਰਿਵਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿ ਤੁਸੀਂ ਉਹਨੂੰ ਛੋੜ ਰਹੇ ਹੋ। ਇੱਥੇ ਬੇਅੰਤ ਸਿੰਘ ਪਰਿਵਾਰ ਦੀ ਫੈਮਿਲੀ ਇਤਰਾਜ਼ ਕਰਦੀ ਹੈ, ਜਿਹੜੀ ਉਹ ਪਰਿਵਾਰ ਹੈਗਾ, ਚਾਹੇ ਰਮਨੀਤ ਬਿੱਟੂ ਹੋਣ, ਗੁਰਕੀਰਤ ਕੌਰ, ਉਹਨੇ ਇਤਰਾਜ਼ ਕਰਦੇ ਆ। ਇਹਦੇ ਵਿੱਚ ਇੰਦਰਪ੍ਰੀਤ ਜੀ ਇਤਰਾਜ਼ ਤਾਂ ਮਨਿੰਦਰਜੀਤ ਸਿੰਘ ਬਿੱਟਾ, ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਵੀ ਕਰਦੇ ਆ, ਪਰ ਸਵਾਲ ਸਿਰਫ ਇੰਨਾ ਕੁ ਹੈ ਕਿ ਪੰਜਾਬ ਸਰਕਾਰ ਸਾਹਮਣੇ ਆ ਕੇ ਆਪਣੀ ਸਥਿਤੀ ਤਾਂ ਕਲੀਅਰ ਕਰੇ। ਬਿਲਕੁਲ ਇਹ ਹੈਗਾ ਕਿ ਹਜੇ ਤੱਕ ਇਹਨਾਂ ਨੇ ਵੀ ਇੱਕ ਵੀ ਐਫਰਟ ਨਹੀਂ ਕੀਤਾ ਕਿ ਇਹ ਦਿਖਾਇਆ ਜਾਏ ਕਿ ਹਾਂ ਅਸੀਂ ਇਹ ਕੰਮ ਕਰ ਰਹੇ ਹਾਂ। ਸਿਰਫ ਚਿੱਠੀ, ਜਿਵੇਂ ਪਿਛਲੀਆਂ ਸਰਕਾਰਾਂ 'ਚ ਵੀ ਹੋਇਆ, ਬਾਦਲ ਸਾਹਿਬ ਨੇ ਵੀ ਚਿੱਠੀ ਲਿਖਤੀ, ਸੁਖੀ ਰੰਧਾਵਾ ਉਹਨਾਂ ਨੇ ਵੀ ਚਿੱਠੀ ਲਿਖਤੀ। ਕੱਲਾ ਚਿੱਠੀ ਲਿਖਣਾ ਤਾਂ ਇੱਕ ਤੁਸੀਂ ਐਂ ਕਹ ਲਓ ਵੀ ਇਹ ਰਸਮ ਅਦਾਇਗੀ ਹੈ। ਬਾਦਲ ਸਾਹਿਬ ਦਾ ਸਟੇਚਰ ਏਦਾਂ ਦਾ ਸੀਗਾ ਕਿ ਅਗਰ ਉਹ ਉੱਥੇ ਦੇ ਚੀਫ ਮਿਨਿਸਟਰ ਕੋਲੇ ਜਾ ਕੇ ਵੀ ਇਹ ਕਹਿ ਦਿੰਦੇ, ਆਪਣਾ ਮਤਲਬ ਪੱਖ ਰੱਖ ਦਿੰਦੇ, ਤਾਂ ਮੈਨੂੰ ਲੱਗਦਾ ਕਿ ਉਹ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਵੀ ਉੱਥੇ ਨਾ ਹੱਲ ਹੁੰਦੀ। ਉੱਥੇ ਸੈਂਟਰ ਗਵਰਨਮੈਂਟ 'ਚ ਵੀ ਉਹਨਾਂ ਦੀ ਸਰਕਾਰ ਸੀ, ਉਹਨਾਂ ਦੀ ਭਾਈਵਾਲ ਦੀ ਸਰਕਾਰ ਸੀ, ਤਾਂ ਉਹ ਕਰ ਸਕਦੇ ਸੀ। ਪਰ ਜਦੋਂ ਆਪਾਂ ਟਾਈਮ ਰਹਿੰਦੇ ਹੋਏ ਇਹ ਜਿਹੀਆਂ ਚੀਜ਼ਾਂ ਨਹੀਂ ਕਰਦੇ ਤਾਂ ਇਹ ਤਾਣੀ ਇੰਨੀ ਉਲਝ ਜਾਂਦੀ ਹੈ ਕਿ ਫਿਰ ਇਹਨੂੰ ਸੁਲਝਾਉਣਾ ਹੀ ਬਹੁਤ ਔਖਾ ਹੋ ਜਾਂਦਾ। ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਾਮਲਾ ਆਉਂਦਾ ਹੈ ਤੇ ਬਾਦਲ ਸਾਹਿਬ ਦੀ ਸਰਕਾਰ ਸੀਗੀ, ਜਿਸ ਤਰੀਕੇ ਨਾਲ ਉਹਨਾਂ ਇਨੀਸ਼ੀਏਟ ਕੀਤਾ ਸੀਗਾ, ਉਦੋਂ ਦੇ ਡੀਜੀਪੀ ਨੂੰ ਸੱਦ ਕੇ ਬਾਕੀ ਸਾਰੀਆਂ ਗੱਲਾਂ, ਜਿਸ ਤਰੀਕੇ ਨਾਲ ਕੇਂਦਰ ਤੱਕ ਦਖਲ ਦੇ ਕੇ ਉਹਨੂੰ ਰੋਕਿਆ ਗਿਆ, ਉਸੇ ਵੇਲੇ ਉੱਥੋਂ ਦੇ ਜੇਲਰ ਨੇ ਰਿਵੋਲਟ ਕਰ, ਉਹ ਸਾਰੀਆਂ ਗੱਲਾਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਥੋੜੀ ਹੁੰਦੀਆਂ ਨੇ। ਪਰ ਇਹ ਸਵਾਲ ਬਹੁਤ ਵੱਡਾ ਹੈ ਕਿ ਕੀ ਅੱਜ ਦੇ ਦਿਨ ਦੇ ਵਿੱਚ ਪੰਜਾਬ ਦੀ ਸਰਕਾਰ ਆਪਣੀ ਸਥਿਤੀ ਕਲੀਅਰ ਕਿਉਂ ਨਹੀਂ ਕਰਨਾ ਚਾਹੁੰਦੀ? ਕਿਉਂਕਿ ਸਰਕਾਰ ਦੇ ਵੱਲ ਹੀ ਉਹ ਜਾਂਦੇ ਆ, ਮੁੱਖ ਮੰਤਰੀ ਦੇ ਘਰ ਵੱਲ ਉਹ ਮੈਮੋਰੰਡਮ ਦੇਣ ਲਈ ਜਾਂਦੇ ਆ, ਹੁਣ ਉਹਨਾਂ ਨੂੰ ਉਹ ਵੀ ਨਹੀਂ ਜਾਣ ਦਿੱਤਾ ਜਾ ਰਿਹਾ।
ਪਰ ਸਵਾਲ ਇਸ ਗੱਲ ਦਾ ਵੀ ਹੈ ਕਿ ਕੀ ਸਰਕਾਰ ਇੱਥੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਕਲੀਅਰ ਕਿਉਂ ਨਹੀਂ ਕਰਦੀ ਕਿ ਜਿਹੜਾ ਇਹ ਮੋਰਚਾ ਲੱਗਿਆ ਇਹਦੇ ਵਿੱਚ ਅਸੀਂ ਪਾਕ ਸਾਫ ਕਿਵੇਂ ਆ, ਅਸੀਂ ਜੋ ਕਰਨਾ ਸੀ ਅਸੀਂ ਕਰ ਚੁੱਕੇ ਹਾਂ, ਆਪਣੀ ਸਥਿਤੀ ਕਲੀਅਰ ਕਿਉਂ ਨਹੀਂ ਕਰਦੀ? ਭਾਸਕਰ ਸਾਹਿਬ ਆਖਰੀ ਸ਼ਬਦ ਦੇ ਦਿਓ, ਫਿਰ ਖਤਮ ਕਰੀਏ, ਕਾਫੀ ਅੱਗੇ ਲੰਘ ਆਏ। ਦੇਖੋ, ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਲਾਗੇ ਛਾਗੇ ਇਹ ਮੋਰਚਾ ਲੱਗਿਆ ਸੀ ਉਹਦੇ ਵਿੱਚ ਕੱਲ ਟਕਰਾਅ ਫਿਰ ਬਣਿਆ ਰਿਹਾ, ਪਰ ਨਾਲ ਦੇ ਨਾਲ ਬਹਿਬਲ ਕਲਾਂ ਦੇ ਵਿੱਚ ਉੱਥੇ ਕੱਲ ਧਾਲੀਵਾਲ ਸਾਹਿਬ ਜਾਂਦੇ ਨੇ, ਔਰ ਧਾਲੀਵਾਲ ਸਾਹਿਬ ਦੀ ਅਕਸਰ ਡਿਊਟੀ ਲਾਈ ਜਾਂਦੀ ਹੈ ਜਿੱਥੇ ਵੀ ਧਰਨਾ ਪ੍ਰਦਰਸ਼ਨ ਲੱਗਿਆ ਹੈ ਉੱਥੇ ਜਾ ਕੇ ਜੂਸ ਪਿਆ ਕੇ ਆਉਣ ਤੇ ਧਰਨਾ ਖੁਲਾਉਣ। ਪਰ ਕੱਲ ਸੰਧਵਾ ਸਾਹਿਬ ਨਹੀਂ ਗਏ। ਸੰਧਵਾ ਸਾਹਿਬ ਪਹਿਲੇ ਹੋ ਕੇ ਆਏ ਸੀ ਔਰ ਕੁਝ ਜ਼ਿਆਦਾ ਕਹਿ ਗਏ ਸੀਗੇ, ਬਾਅਦ ਚੋਂ ਆਪਣੀ ਹੀ ਗੱਲ ਨੂੰ ਵਾਪਸ ਲੈਣਾ ਬੜਾ ਔਖਾ ਹੁੰਦਾ। ਧਾਲੀਵਾਲ ਸਾਹਿਬ 4 ਵਜੇ ਕੱਲ ਉਸ ਮੋਰਚੇ ਦੇ ਵਿੱਚ ਪਹੁੰਚੇ, ਕਿਹਾ ਜੀ ਸਰਕਾਰ, ਉਸ ਤੋਂ ਪਹਿਲੇ ਤਾਂ ਯਾਦ ਕਰੋ ਭਗਵੰਤ ਮਾਨ ਉਹਨਾਂ ਦੀ ਇੱਕ ਟਵਿੱਟਰ ਤੇ ਅਪੀਲ ਵੀ ਆਈ ਸੀ ਕਿ ਵੀ ਉਹ ਬਠਿੰਡਾ ਅੰਮ੍ਰਿਤਸਰ ਹਾਈਵੇ ਖੋਲ ਦਿਓ, ਅਸੀਂ ਵਚਨਬੰਧ ਆ, ਨਿਆਂ ਦੇਵਾਂਗੇ, ਛੇਤੀ ਦੇਵਾਂਗੇ, ਪਰ ਉਹਦੀ ਡੇਟ ਦਾ ਜ਼ਿਕਰ ਨਹੀਂ ਦਿੱਤਾ ਸੀਗਾ ਕਿ ਵੀ ਇਸ ਡੇਟ ਤੱਕ ਤੁਹਾਨੂੰ ਨਿਆਂ ਦੇ ਦਾਂਗੇ। ਧਾਲੀਵਾਲ ਸਾਹਿਬ ਵਿਦ ਤਰੀਕ ਗਏ, ਅਗਲੀ ਤਰੀਕ ਕੱਲ ਲੈ ਕੇ ਆਏ ਨੇ, 28 ਫਰਵਰੀ ਦੀ ਤਰੀਕ ਦੇ ਕੇ ਆਏ ਨੇ, ਔਰ ਮੋਰਚਾ ਵੀ ਇੱਕ ਪਾਸੇ ਜਿਹੜਾ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਉਹ ਕੱਲ ਉਹਨਾਂ ਨੇ ਖੋਲਤਾ ਔਰ ਕਿਹਾ ਕਿ 1 ਮਾਰਚ ਤੋਂ ਜੇ ਵਾਕਈ ਸਾਨੂੰ ਨਿਆਂ ਨਹੀਂ ਮਿਲਿਆ ਤੇ ਫਿਰ ਅਸੀਂ ਆਪਣੇ ਐਜੀਟੇਸ਼ਨ ਨੂੰ, ਆਪਣੇ ਧਰਨੇ ਨੂੰ ਹੋਰ ਜ਼ਿਆਦਾ ਇੰਟੈਂਸੀਫਾਈ ਕਰਾਂਗੇ। 15 ਕੁ ਪਿੰਡਾਂ ਦੀ ਪੰਚਾਇਤ ਵੀ ਉੱਥੇ ਇਕੱਠੀ ਹੋਈ ਸੀ ਔਰ ਉਹਨਾਂ ਪੰਚਾਇਤਾਂ ਦੇ ਸਾਹਮਣੇ ਧਾਲੀਵਾਲ ਸਾਹਿਬ ਇਹ ਵਾਅਦਾ ਕਰਕੇ ਆਏ ਨੇ। ਹੁਣ ਧਾਲੀਵਾਲ ਸਾਹਿਬ ਦਾ ਇਹ ਵਾਅਦਾ ਵੀ ਉਸ ਤਰ੍ਹਾਂ ਦਾ ਹੀ ਵਾਅਦਾ ਸਾਬਿਤ ਹੁੰਦਾ ਹੈ ਜਿੱਦਾਂ ਦਾ ਵਾਅਦਾ ਕੁਲਤਾਰ ਸਿੰਘ ਸੰਧਵਾ ਉਹਨਾਂ ਕਰਕੇ ਆਏ ਸੀਗੇ, ਕਿਉਂਕਿ ਉਸ ਤੋਂ ਪਹਿਲੇ ਵੀ ਭਾਵੇਂ ਪਿਛਲੀ ਸਰਕਾਰ ਹੋਏ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ, ਜਦ ਜਿਹੜੇ ਸੁਖੀ ਰੰਧਾਵਾ ਉਹਨਾਂ ਵੀ ਗਏ ਸੀਗੇ ਔਰ ਉਹ ਵੀ ਉੱਥੇ ਕੁਝ ਵਾਅਦੇ ਕਰਕੇ ਆਏ ਸੀ, ਤਾਰੀਖ ਫਿਰ ਤਾਰੀਖ। ਹੁਣ ਇੱਕ ਨਵੀਂ ਤਾਰੀਖ ਫਰਵਰੀ 28 ਦੇ ਕੇ ਆਏ ਨੇ ਬਹਿਬਲ ਕਲਾਂ ਮੋਰਚੇ ਦੇ ਉੱਤੇ ਧਾਲੀਵਾਲ ਸਾਹਿਬ। ਇਸ ਤਾਰੀਖ ਤੋਂ ਬਾਅਦ ਕੀ ਹੋਰ ਕੋਈ ਤਾਰੀਖ ਵੀ ਮਿਲੇਗੀ, ਇਹ ਅੱਗੇ ਚੱਲ ਕੇ ਪਤਾ ਲੱਗੂ। ਦੇਖੋ, ਸਰਕਾਰਾਂ ਕੋਲ ਕੋਈ ਨਾ ਕੋਈ ਖਾਕਾ ਤਾਂ ਹੁੰਦਾ ਹੋਊਗਾ, ਉਹਨਾਂ ਨੇ ਕਿਹੜੀ ਕਾਰਵਾਈ ਦਰਸਾਉਣੀ ਆ, ਕਿਉਂਕਿ ਸਾਰੇ ਕੇਸ ਤਾਂ ਕੋਰਟਾਂ 'ਚ ਨੇ। SITs ਕੀ ਜਿੰਨੀਆਂ SITs ਆ ਉਹ ਆਪਣੀ ਰਿਪੋਰਟ ਚਲਾਨ ਵਜੋਂ ਪੇਸ਼ ਕਰ ਦੇਣਗੀਆਂ। ਸਰਕਾਰ ਤਾਂ ਵੱਧ ਤੋਂ ਵੱਧ ਇਹੀ ਕਰ ਸਕਦੀ ਹੈ ਕਿ ਉਹ 28 ਤਰੀਕ ਤੋਂ ਪਹਿਲਾਂ ਆਪਣੀ ਜਿੰਨੀ ਜਾਂਚ ਆ ਉਹਨੂੰ ਸਬਮਿਟ ਕਰ ਦੇ। ਇਸ ਤੋਂ ਇਲਾਵਾ ਤਾਂ ਸਰਕਾਰ ਕੋਲ ਕੁਝ ਵੀ ਨਹੀਂ। ਇਨਸਾਫ ਤਾਂ ਕੋਰਟ ਨੇ ਦੇਣਾ, ਟਰਾਇਲ ਹੋਣੇ ਆ, ਕਈ ਕੋਰਟਾਂ ਦੇ ਵਿੱਚ ਕੇਸ ਫਸੇ ਆ, ਕਈ ਐਸੇ ਲੋਕ ਜਿਹੜੇ FIR 'ਚ ਸ਼ਾਮਲ ਨੇ ਉਹ ਹਾਈ ਕੋਰਟਾਂ 'ਚ ਪਹੁੰਚੇ ਹੋਏ ਆ, ਪੁਲਿਸ ਅਧਿਕਾਰੀ ਜਿਹੜੇ ਉਹਨਾਂ ਗੋਲੀ ਕਾਂਡਾਂ ਦੇ ਵਿੱਚ ਪਾਏ ਜਾਂਦੇ ਆ ਜਾਂ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਉਹ ਕਈ ਥਾਈਂ ਆਪਣੀ ਰਾਹਤ ਲਈ ਪਹੁੰਚੇ ਹੋਏ ਆ। ਇਹ ਬੜਾ ਵੱਡਾ ਮਾਮਲਾ ਹੈ ਕਿ ਸਰਕਾਰ 28 ਤੋਂ ਪਹਿਲਾਂ ਜਾਂ 28 ਤਰੀਕ ਤੱਕ ਐਸਾ ਕਿਹੜਾ ਪੱਖ ਪੇਸ਼ ਕਰਨਾ ਚਾਹੁੰਦੀ ਹੈ ਜਿਹਦੇ 'ਚ ਉਸ ਤੋਂ ਬਾਅਦ ਇਹ ਕਹਿਣ ਕਿ ਅਸੀਂ ਆਪਣੇ ਹਿੱਸੇ ਦਾ ਕੰਮ ਕਰਤਾ, ਤੇ ਫਿਰ ਕੀ ਉਸ ਕੰਮ ਨੂੰ ਕੋਈ ਕੋਰਟ ਇੱਕ ਵਾਰੀ ਫਿਰ ਰੱਦ ਨਹੀਂ ਕਰ ਦੂਗੀ? ਔਰ ਕੀ ਉਹਦੇ ਖਿਲਾਫ ਕੋਈ ਕਿ ਕਾਲੀ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਹੋਇਆ? ਇਹ ਬੜੇ ਵੱਡੇ ਮਾਮਲੇ ਬਣ ਗਿਆ। ਮੈਨੂੰ ਲੱਗਦਾ ਕਿ ਸਰਕਾਰ ਇਸ ਵਾਰੀ 28 ਤੋਂ ਪਹਿਲਾਂ ਡੈਫੀਨੇਟਲੀ ਕੁਝ ਨਾ ਕੁਝ ਸੰਗਤ ਦੀ ਕਚਹਿਰੀ 'ਚ ਪੇਸ਼ ਕਰਨਾ ਚਾਹੁੰਦੀ ਹੈ। ਬਹੁਤ ਮਿਹਰਬਾਨੀ, ਧੰਨਵਾਦ ਜੀ।